श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुर तेग बहादुर दसवें गोबिंद सिंह गुरु नमो चरण जिसमें है अमृत ज्ञान है माणक भगत वैराग श्री गुरु ग्रंथ साहिब उदद बंदो कार्य अनुराग श्री गुरु शब्द कमाए जिन पंच विकार तिन संतन को बंदना चरणन अवतार एक अंकारा सतगुरु प्रसाद सच होए वाहिगुरु जी की फतेह विघ्न विनाशन सोए एक अंकारा सतगुरु प्रसाद सच होए वाहिगुरु जी की फतेह विघ्न विनाशन सोए। सतनाम श्री वाहिगुरु जी। दोहरा खबर पाई जब तुर्क को लड़ियो अचानक आए मीर मनो ने भेजियो दीना बेग चढ़ाए खबर पाई जब तुर्क को। वाहिगुरु जी का खालसा वाहिगुरु जी की फतेह। परम सम्मान जोग चबर छत्र तख्त दे मालक पतत पावन भगत वत्सल प्रगट गुरां की दे प्रतख हर साहिब सतगुरु श्री गुरु ग्रंथ साहिब महाराज दे परम पवित्र सत संगत हजूरी दे अंदर नावे पातशाह सतगुरु तेग बहादुर साहिब महाराज जी दे महान पावन पवित्र भजन बंदगी तप अस्थान गुरुद्वारा श्री भोरा साहिब पातशाही नौवीं विखे संध्या के समय दे सजे हुए दीवाना हाजरियां भर के लाहा प्राप्त कर रहे गुरु प्यारी खालसा साध संगत जी वडभागी हर संगत पावै भागहीन परम चोटां खावै बिन भागा सत संग न लभै बिन संगत मैल भरीजै जी। ਵੱਡੇ ਭਾਗ ਹੋਣ ਚੰਗਾ ਕੋਈ ਕਰਮ ਕੀਤਾ ਪਿਛਲਾ ਅੱਗੇ ਆਵੇ ਤਾਂ ਸਤ ਸੰਗਤ ਦੀ ਘੜੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਦੇ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ ਆਪਾਂ ਕਥਾ ਦੇ ਰੂਪ ਦੇ ਵਿੱਚ ਸਰਵਣ ਕਰ ਰਹੇ ਹਾਂ। ਕੱਲ੍ਹ ਆਪ ਜੀ ਨੇ ਸਾਖੀ ਸਰਵਣ ਕੀਤੀ ਵੀ ਜਿਹੜਾ ਲਖਪਤ ਰਾਏ ਹੈ ਤੇ ਸ਼ਾਹ ਨਵਾਜ਼ ਇਹਨਾਂ ਦੀ ਕਰਨੀ ਦਾ ਫਲ ਪਰਮੇਸ਼ਰ ਨੇ ਇਹਨਾਂ ਨੂੰ ਭੁਗਤਾਉਣ ਦਾ ਇੱਕ ਢੰਗ ਤਰੀਕਾ ਬਣਾਇਆ। ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਸ਼ਾਹ ਨਵਾਜ਼ ਤੇ ਮੀਰ ਮੰਨੋ ਇਹ ਵਾਹਿਗੁਰੂ ਸ਼ਾਹ ਨਵਾਜ਼ ਤੇ ਲਖਪਤ ਰਾਏ ਇਹ ਦੋਵੇਂ ਜਾਣੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਨਾਲ ਰਲ ਗਏ। ਉਧਰੋਂ ਦਿੱਲੀ ਦੀ ਅਗਵਾਈ ਕਮਰਦੀਨ ਵਜ਼ੀਰ ਨੇ ਕੀਤੀ। ਉਹਦਾ ਨਾਲ ਪੁੱਤਰ ਮੀਰ ਮੰਨੂ ਹੈ। ਸਰਹੰਦ ਦੇ ਵਿੱਚ ਲੜਾਈ ਹੋਈ 22 ਦਿਨ ਦੀ ਲੜਾਈ 'ਚ ਕਮਰਦੀਨ ਮਾਰਿਆ ਤੇ ਗਿਆ ਪਰ ਮੀਰ ਮੰਨੂ ਦੀ ਜੋਗ ਅਗਵਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਅੱਗੇ ਲਾ ਕੇ ਤੋਰਿਆ ਲਾਹੌਰ ਤੋਂ ਗਾਂਹ ਕੱਢ ਕੇ ਆਏ। ਵਾਪਸ ਆਏ ਤੇ ਲਖੂ ਪਾਪੀ ਨੂੰ ਗ੍ਰਿਫਤਾਰ ਕੀਤਾ ਦੇਸ਼ ਧਰੋਹ ਦਾ ਪਰਚਾ ਕਰਕੇ ਸ਼ਾਹ ਨਵਾਜ਼ ਭੱਜ ਗਿਆ। 30 ਲੱਖ ਰੁਪਈਆ ਡੰਨ ਲਾਇਆ ਲਖੂ ਨੂੰ ਵੀ ਜੇ 30 ਲੱਖ ਦਵੇਂ ਤੇ ਫਿਰ ਤੇਰੀ ਜਾਨ ਬਖਸ਼ੀ। ਇਹਨੇ 20 ਲੱਖ ਭਰਿਆ ਕਰ ਕਰਾ ਕੇ
ਕੌੜਾ ਮੱਲ ਜੀ ਨੇ 10 ਲੱਖ ਆਪਣੇ ਕੋਲੋਂ ਦੇ ਕੇ ਇਹਨੂੰ ਕਿਹਾ ਵੀ ਮੇਰ ਮੰਨੋ ਜੇ 10 ਲੱਖ ਤੈਨੂੰ ਮੈਂ ਦੇ ਦਿਆਂ ਤੇ ਲਖਪਤ ਰਾਏ ਨੂੰ ਮੇਰੇ ਹਵਾਲੇ ਕਰ ਦੇਗਾ। ਕਹਿੰਦੇ ਤੂੰ ਕੀ ਕਰਨਾ? ਕਹਿੰਦੇ ਹਿਸਾਬ ਕਿਤਾਬ ਕਰਨਾ ਕੋਈ ਦੇ ਨਾ। ਉਹਨੇ ਆਖਿਆ ਵੀ ਮੈਨੂੰ ਦੇ ਪੈਸੇ ਚਾਹੀਦੇ ਆ। ਪੈਸੇ ਲੈ ਕੇ ਲੱਖੂ ਪਾਪੀ ਨੂੰ ਦੀਵਾਨ ਕੌੜਾ ਮੱਲ ਦੇ ਹਵਾਲੇ ਕਰਤਾ। ਉਹਨਾਂ ਨੇ ਪੰਚ ਦੀ ਸਲਾਹ ਲੈ ਕੇ ਫਿਰ ਇਹਨੂੰ ਆਖਿਆ ਪਾਪੀਆ ਹੁਣ ਤੇਰੇ ਪਾਪ ਤੇਰੇ ਅੱਗੇ ਆਈ ਹੋ। ਗੰਦਗੀ ਵਾਲੇ ਟੋਏ ਦੇ ਵਿੱਚ ਜੋੜ ਕੇ ਬੰਨ੍ਹ ਦਿੱਤਾ। ਸਿੰਘਾਂ ਨੂੰ ਹੁਕਮ ਹੋਇਆ ਵੀ ਸਾਰੇ ਜਾਣੇ ਇੱਥੇ ਆ ਕੇ ਗੰਦਗੀ ਜਿਹੜੀ ਇਹਦੇ ਸਿਰ ਦੇ ਉੱਤੇ ਪਾਉਣੀ ਆ। ਜਦੋਂ ਸਰੀਰ ਦੀ ਕਿਰਿਆ ਕਰਨੀ ਹੈ ਉਦੋਂ ਕਹਿੰਦੇ ਵੀ ਇਹਦੇ ਸਿਰ ਤੇ ਕਰਨੀ ਆ। ਹੋਰ ਲੋਕਾਂ ਨੂੰ ਕਿਹਾ ਵੀ ਇਹਦੇ ਸਿਰ ਤੇ ਹੀ ਆ ਕੇ ਪਿਸ਼ਾਬ ਕਰੋ। ਐਸੀ ਨਰਕ ਭਰਾ ਸਮਾਂ ਇਹਦੇ ਲਈ ਆਇਆ। ਇਹਦੇ ਪਾਪ ਅੱਗੇ ਆਏ। ਗੰਦਗੀ ਦੇ ਢੇਰ ਦੇ ਵਿੱਚ ਬੁਸਕ ਕੇ ਸਾਧ ਸੰਗਤ ਲੱਖੋਂ ਪਾਪੀ ਮਰ ਗਿਆ। ਇੱਦਾਂ ਮਹਾਰਾਜ ਸਾਹਿਬ ਜੀ ਨੇ ਖਾਲਸੇ ਦਾ ਵੱਡਾ ਜਿਹੜਾ ਦਰੋਹੀ ਸੀ, ਪਾਪੀ ਸੀ ਲੱਖੋ, ਇਹ ਜੁਗਤੀ ਦੇ ਨਾਲ ਮਾਰਿਆ। ਫਿਰ ਸਿੰਘਾਂ ਨੂੰ ਕੁਝ ਸਮਾਂ ਮਿਲਿਆ। ਇਹਨਾਂ ਨੇ ਕਿਹਾ ਵੀ ਆਪਾਂ ਕੋਈ ਕਿਲ੍ਹਾ ਬਣਾਈਏ। ਕਈ ਸਿੰਘ ਕਹਿੰਦੇ ਬਣਿਆ ਬਣਾਇਆ ਲੁੱਟ ਲਈਏ। ਕਈ ਕਹਿੰਦੇ ਆਪਾਂ ਜੰਗਲਾਂ ਦੇ ਵਿੱਚ ਹੀ ਠੀਕ ਆ। ਅਖੀਰ ਮਤਾ ਪੱਕਿਆ ਵੀ ਬਣਾਈਏ। ਫਿਰ ਕਹਿੰਦੇ ਕਿੱਥੇ ਬਣਾਈਏ? ਕਹਿੰਦੇ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ 'ਚ ਬਣਾਈਏ। ਜਗ੍ਹਾ ਦੀ ਖੋਜ ਕੀਤੀ ਤੇ ਖਾਲਸੇ ਨੇ ਉਸ ਵੇਲੇ ਫਿਰ ਆਰਾਮ ਰੌਣੀ ਨਾਮ ਦਾ ਕਿਲ੍ਹਾ ਤਿਆਰ ਕੀਤਾ। ਬੜੇ ਚਾਅ, ਬੜੇ ਉਤਸ਼ਾਹ, ਬੜੀਆਂ ਖੁਸ਼ੀਆਂ ਦੇ ਨਾਲ 500 ਸਿੰਘ ਉਹਦੇ ਵਿੱਚ ਰਹਿ ਸਕਦਾ ਸੀ। ਹਰ ਸਮੇਂ ਸਿੰਘ ਆਉਂਦੇ ਜਾਂਦੇ ਰਹਿੰਦੇ। ਸਾਰੇ ਫੌਜ ਇੱਥੇ ਆ ਵੀ ਨਹੀਂ ਸੀ ਸਕਦੇ ਤੇ ਸਾਰੇ ਸਿੰਘ ਜਾਣ ਕੇ ਵੀ ਨਹੀਂ ਸੀ ਆਏ ਕਿ ਇੱਕ ਕਿਲੇ ਨੂੰ ਜੇ ਘੇਰਾ ਪੈ ਗਿਆ ਤੇ ਫਿਰ ਬਾਕੀ ਨਿਕਲਣਾ ਮੁਸ਼ਕਲ ਹੋ ਵੀ ਬਾਹਰ ਸਿੰਘ ਹੋਣਗੇ ਤੇ ਕਿਲੇ ਵਾਲਿਆਂ ਦੀ ਮਦਦ ਤੇ ਕਰ ਸਕਦੇ ਹਨ। ਇਸ ਤਰ੍ਹਾਂ ਦੀ ਜੁਗਤੀ ਦੇ ਨਾਲ ਰਾਮਸਰ ਸਾਹਿਬ ਵਾਲੇ ਪਾਸੇ ਇਹਨਾਂ ਨੇ ਕਿਲ੍ਹਾ ਤਿਆਰ ਕੀਤਾ ਜਿਹਦਾ ਨਾਮ ਰੱਖਿਆ ਰਾਮ ਰੌਣੀ। ਇੱਕ ਕੰਧ ਕੀਤੀ 4 ਸਫੇਰੇ ਤੇ ਇੱਕ 4 ਸਫੇਰੇ ਡੂੰਘੀ ਖਾਈ ਪੱਟ ਦਿੱਤੀ। ਕੁਝ ਗੁਪਤ ਰਸਤੇ ਰੱਖੇ ਹਨ। ਖਬਰ ਪਹੁੰਚ ਗਈ ਹੈ ਲਾਹੌਰ ਦੇ ਵਿੱਚ। ਮੀਰ ਮੰਨੂ ਉਸ ਵੇਲੇ ਆ ਕੇ ਸੂਬਾ ਬਣ ਕੇ ਬੈਠਾ ਸੀ ਵੀ ਮੈਂ ਸਿੰਘਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਵੀ ਇਹ ਮੇਰੇ ਸਾਹਮਣੇ ਕੋਈ ਅੜੇ ਨਾ। ਇਹ ਕਿਲੇ ਬਣਾਉਂਦੇ ਨੇ। ਉਸ ਵੇਲੇ ਦੀਨਾ ਬੇਗ ਨੂੰ ਅਗਵਾਈ ਦੇ ਕੇ ਕਈ ਹਜ਼ਾਰਾਂ ਫੌਜਾਂ ਦੇ ਕੇ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਕੂਚ ਕਰ ਦਿੱਤਾ। ਦੀਵਾਨ ਕੌੜਾ ਮੱਲ ਵੀ ਨਾਲ ਆਏ। ਹੋਰ ਵੀ ਕਈ ਸੂਬੇ ਨਾਲ ਭੇਜੇ। ਪਹਾੜੀ ਲੋਕ ਆਏ। ਜਿਵੇਂ ਇੱਥੇ ਹੁਣ ਆ ਕੇ ਘੇਰਾ ਪਿਆ ਹੈ, ਖਾਲਸਾ ਗੁਰਮਤਾ ਕਰਦਾ ਹੈ। ਜਿਵੇਂ ਸਿੰਘ ਜੁਗਤੀ ਦੇ ਨਾਲ ਲੜਦੇ ਆ ਕਈ ਮਹੀਨੇ ਤੱਕ ਇਹਨਾਂ ਤੁਰਕਾਂ ਦਾ ਲੋਹਾ ਲੈਂਦੇ ਨੇ। ਅਖੀਰ ਖਾਲਸੇ ਦੇ ਹੱਥ ਮੈਦਾਨ ਲੱਗਾ ਹੈ ਤੇ ਫਿਰ ਸ਼ਾਹ ਨਵਾਜ਼ ਨੂੰ ਜਿਵੇਂ ਸਿੰਘਾਂ ਨੇ ਮਾਰਿਆ। ਇਹ ਕਥਾ ਆਪਾਂ ਸਰਵਣ ਕਰਾਂਗੇ ਅੱਜ। ਆਓ ਮਹਾਰਾਜ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਲਵਾਓ ਹਾਜ਼ਰੀ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਬਰ ਪਈ ਜਬ ਤੁਰਕ ਕੋ ਲੜਿਓ ਅਚਾਨਕ ਆਏ। ਖਾਲਸਾ ਰਾਮ ਰੌਣੀ ਕਿਲੇ ਦੇ ਵਿੱਚ 500 ਦੇ ਕਰੀਬ ਸਿੰਘ ਹਨ। ਉਹਨਾਂ ਸਿੰਘਾਂ ਨੂੰ ਖਬਰ ਹੋਈ ਵੀ ਬਹੁਤ ਸਾਰੇ ਤੁਰਕ ਜਿਹੜੇ ਹਨ ਉਹਨਾਂ ਨੇ ਆ ਕੇ ਤੇ ਸਾਨੂੰ ਘੇਰਾ ਪਾ ਲਿਆ ਹੈ। ਹੋਰ ਕਈ ਫੌਜਾਂ ਆ ਗਈਆਂ ਨੇ। ਖਾਲਸੇ ਨੇ ਗੁਰਮਤਾ ਕੀਤਾ। ਖਾਲਸੇ ਬਾਤ ਵਿਚਾਰੀ ਇਹਨਾਂ ਕੀ ਕੀਤਾ ਵੀ ਜਿੱਥੇ ਰਾਮ ਰੌਣੀ ਦਾ ਮੁੱਖ ਦਰਵਾਜ਼ਾ ਸੀ ਨਾ, ਇਹਦੇ ਅੱਗੇ ਜਾ ਕੇ ਇੱਕ ਮੋਰਚਾਬੰਦੀ ਕਰ ਲਈ ਤੁਰਕਾਂ ਨੇ। ਜਦੋਂ ਮੋਰਚਾਬੰਦੀ ਹੋ ਗਈ ਵੀ ਸਾਹਮਣੇ ਵਾਲੇ ਦਰਵਾਜ਼ੇ ਜੋ ਸਿੱਖ ਬਾਹਰ ਆਉਣਗੇ ਤੇ ਇੱਥੋਂ ਅਸੀਂ ਮਾਰੀ ਜਾਵਾਂਗੇ ਗੋਲੀ ਦਾ ਨਿਸ਼ਾਨਾ ਬਣਾ ਕੇ ਤੀਰਾਂ ਦਾ।
ਤੇ ਖਾਲਸੇ ਨੇ ਰਲ ਮਿਲ ਕੇ ਫਿਰ ਗੁਰਮਤਾ ਕੀਤਾ। ਤੁਰਕਨ ਪਾਈ ਹਮ ਪੈ ਭਾਰੀ। ਕਹਿੰਦੇ ਵੀ ਜਿਹੜੇ ਤੁਰਕ ਆ ਇਹਦੇ ਸਾਡੇ ਤੇ ਭਾਰੀ ਪੈ ਗਏ ਆ, ਸਾਡਾ ਬੂਹਾ ਬੰਦ ਕਰਕੇ ਸਾਡੇ ਚੁਫੇਰੇ ਫੌਜਾਂ ਲੈ ਕੇ ਛਾਉਣੀਆਂ ਲਾ ਕੇ ਦੂਰ ਤੀਕਰ ਬੈਠ ਗਏ ਨੇ। ਹੋ ਸ਼ਹੀਦ ਤੋ ਤੁਰਕਨ ਮਾਰੋ। ਹੁਣ ਏਦਾਂ ਕਰੋ ਵੀ ਸ਼ਹੀਦੀ ਗਾਨੇ ਬੰਨ ਲਓ। ਕਹਿੰਦੇ ਸ਼ਹੀਦ ਹੋਵੋ, ਜੇ ਸ਼ਹੀਦ ਹੋਣ ਤੋਂ ਪਹਿਲਾਂ 2-2 4-4 5-5 10-10 ਜਿੰਨੇ ਤੁਰਕ ਮਾਰੇ ਜਾਂਦੇ ਆ ਉਹਨਾਂ ਨੂੰ ਮਾਰ ਕੇ ਤੇ ਸ਼ਹੀਦੀਆਂ ਪ੍ਰਾਪਤ ਕਰੋ। ਸੁਣੀਏ ਜਗਤ ਅਖਾਰੋ। ਕਹਿੰਦੇ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਸੁਣੀ ਜਾਵੇ ਵੀ ਅੰਮ੍ਰਿਤਸਰ ਰਾਮ ਰੌਣੀ ਦੇ ਵਿੱਚ 500 ਸਿੰਘਾਂ ਨੇ ਕਈ ਹਜ਼ਾਰ ਫੌਜਾਂ ਦੇ ਨਾਲ ਜੰਗ ਕੀਤਾ ਸੀ। ਕਹਿੰਦੇ ਵਾਰਾਂ ਗਾਈਆਂ ਜਾਣ, ਲੋਕ ਹੈਰਾਨ ਹੋਣ ਵੀ 500 ਸਿੰਘਾਂ ਨੇ ਜੰਗ ਕਰਕੇ ਤੇ ਹਜ਼ਾਰਾਂ ਫੌਜਾਂ ਦੇ ਆਹੂ ਲਾ ਤੇ ਇਦਾਂ ਜਥੇਦਾਰਾਂ ਨੇ, ਮੁਖੀ ਸਿੰਘਾਂ ਨੇ ਸਾਰੇ ਦਲ ਦੇ ਨਾਲ, ਸਾਰੇ ਖਾਲਸੇ ਨਾਲ ਵਿਚਾਰ ਕੀਤੀ ਜਿਹੜੇ ਕਿਲੇ ਦੇ ਅੰਦਰ ਨੇ ਵੀ ਹੁਣ ਤਗੜੇ ਹੋ ਕੇ ਜੰਗ ਕਰੀਏ, ਇਦਾਂ ਦਾ ਜੰਗ ਕਰੀਏ ਵੀ ਸਾਰੀ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੈਰਾਨ ਹੋਇਆ ਕਰਨ ਸੁਣ ਕੇ ਵੀ ਇਦਾਂ ਖਾਲਸੇ ਨੇ ਜੰਗ ਕੀਤਾ। ਦੀਨ ਮਜਬ ਕੋ ਜੈ ਹੈ ਜੁਦ। ਕਿਉਂਕਿ ਸਾਡਾ ਧਰਮ ਦਾ ਯੁੱਧ ਹੈ, ਦੀਨ ਮਜਬ ਦਾ ਯੁੱਧ ਹੈ। ਤੁਰਕ ਸਾਡਾ ਧਰਮ ਮੁਕਾਉਣਾ ਚਾਹੁੰਦੇ ਆ। ਅਸੀਂ ਆਪਣਾ ਧਰਮ ਜੋ ਗੁਰੂ ਕਲਗੀਧਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਆ ਉਹਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਹਨ। ਤੇ ਨਾਲ ਹੀ ਇਹ ਵੀ ਬਚਨ ਹੋਇਆ ਵੀ ਖਾਲਸਾ ਜੀ ਸ਼ਸਤਰਾਂ ਤੋਂ ਡਰਨਾ ਨਹੀਂ ਚਾਹੀਦਾ। ਜੇ ਸਰੀਰ ਤੇ ਸ਼ਸਤਰ ਲੱਗੇਗਾ ਨਾ ਜਿਹਦੇ ਜੋਧੇ ਦੇ ਉਹਦਾ ਸਰੀਰ ਪਵਿੱਤਰ ਹੋ ਜਾਵੇਗਾ। ਜਿਹਦੇ ਸਰੀਰ ਦੇ ਉੱਤੇ ਸ਼ਸਤਰ ਵੱਜਦਾ ਹੈ ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਨੇ। ਜੇ ਧਰਮ ਯੁੱਧ ਲੜਦੇ ਆ ਸ਼ਸਤਰ ਵੱਜਿਆ ਲਹੂ ਜਿਹੜਾ ਨਿਕਲਦਾ ਏ ਇਹ ਕਹਿੰਦੇ ਵੀ ਮਾਨੋ ਤੁਹਾਡੀ ਦੇਹੀ ਨੂੰ ਪਵਿੱਤਰ ਕਰਦਾ ਹੈ। ਇਹਦਾ ਸਿੰਘਾਂ ਨੇ ਸਲਾਹ ਕੀਤੀ ਇਹਦੇ 10 ਸਿੰਘ ਉਸ ਵੇਲੇ ਪਹਿਲਾਂ ਆਏ। ਕਹਿੰਦੇ ਵੀ ਜਿਹੜਾ ਤੇ ਦਰਵਾਜ਼ਾ ਬੰਦ ਕੀਤਾ ਹੈ ਨਾ, ਇਹ ਜਿਹੜਾ ਦਰਵਾਜ਼ਾ ਬੰਦ ਕੀਤਾ ਪਹਿਲਾਂ ਤੇ ਆਪਣਾ ਬੂਹਾ ਖਲਾਈਏ, ਆਪਣਾ ਦਰਵਾਜ਼ਾ ਖਲਾਈਏ। ਤੇ 10 ਸਿੰਘ ਅਰਦਾਸਾ ਸੋਧ ਕੇ ਜਕਾਰੇ ਛੱਡਦਿਆਂ ਅਕਾਲ ਹੀ ਅਕਾਲ ਕਰਦਿਆਂ ਰਾਮ ਰੌਣੀ ਕਿਲੇ ਚੋਂ ਬਾਹਰ ਆਏ। ਤੇ ਮਹਾਰਾਜ ਨੇ ਐਸਾ 10 ਸਿੰਘਾਂ ਨੂੰ ਬਲ ਬਖਸ਼ਿਆ ਜਿੱਥੇ ਤੁਰਕਾਂ ਨੇ ਆ ਕੇ ਮੋਰਚਾ ਬੰਦੇ ਕੀਤੇ ਸੀ। 10 ਸਿੰਘਾਂ ਨੇ ਉਹ ਮੋਰਚੇ ਦੇ ਵਿੱਚੋਂ ਸਾਰੇ ਤੁਰਕ ਭਜਾ ਦਿੱਤੇ। ਬਹੁਤੇ ਤੁਰਕਾਂ ਨੂੰ ਸਿੰਘਾਂ ਨੇ ਮਾਰਿਆ ਤੇ ਮਾਰਦੇ ਹੋਏ ਕੁਝ ਆਪ ਵੀ ਮਰ ਗਏ, ਆਪ ਵੀ ਸ਼ਹੀਦੀਆਂ ਪਾ ਗਏ। ਤੇ 10 ਦੇ ਵਿੱਚੋਂ ਜਿਹੜੇ 2-3 ਸਿੰਘ ਬਚੇ ਤੇ ਕਹਿੰਦੇ ਉਹ ਫਤਿਹ ਹਾਸਲ ਕਰਕੇ, ਪਹਿਲੀ ਜਿੱਤ ਹਾਸਲ ਕਰਕੇ, ਪਹਿਲਾ ਮੋਰਚਾ ਫਤਿਹ ਕਰਕੇ ਦੁਬਾਰਾ ਫੇਰ ਨਾਲ ਦੇ ਸਿੰਘਾਂ ਦੇ ਨਾਲ ਰਾਮ ਰੌਣੀ ਕਿਲੇ ਦੇ ਵਿੱਚ ਆ ਮਿਲੇ। ਸ਼ੇਰ ਜਿੱਦਾਂ ਪੈਂਦਾ ਹੈ ਨਾ ਆਪਣੇ ਸ਼ਿਕਾਰ ਤੇ, ਏਦਾਂ ਸ਼ੇਰ ਵਰਗਾ ਜਿਹੜਾ ਹੱਲਾ ਕਰਕੇ ਸਿੰਘ ਪੈਂਦੇ ਆ। ਤਾਈਓ ਤੁਰਕ ਇਹ ਗੱਲ ਕਹਿੰਦੇ ਹੁੰਦੇ ਸੀ, ਯਾ ਅੱਲਾ ਸਿੰਘਨ ਕਾ ਹੱਲਾ ਹਮ ਤੇ ਜਾਏ ਨਾ ਝੱਲਾ। ਵੀ ਸਿੰਘਾਂ ਦਾ ਹੱਲਾ ਜਿਹੜਾ ਇਹਦੇ ਕਹਿਰ ਸਿੰਘਾਂ ਦਾ ਹੱਲਾ ਸਾਡੇ ਕੋ ਨਹੀਂ ਜਾਂਦਾ ਝੱਲਾ। ਸਿੰਘ ਜਦੋਂ ਪੈਂਦੇ ਆ ਸ਼ੇਰ ਵਾਂਗ ਪੈਂਦੇ, ਸ਼ੇਰ ਤੇ ਇੱਕ ਹੀ ਨਹੀਂ ਮਾਣ ਹੁੰਦਾ, ਇਹਦੇ 10 ਸ਼ੇਰ ਇਕੱਠੇ ਗਏ ਸੀ ਤੇ ਬੱਬਰ ਸ਼ੇਰ ਦੇ ਵਾਂਗ ਸਿੰਘਾਂ ਨੇ ਜਾ ਕੇ ਹੱਲਾ ਕਰਕੇ ਪਹਿਲਾ ਮੋਰਚਾ ਮਾਰ ਲਿਆ। ਜਿਵੇਂ ਆਕਾਸ਼ ਦੇ ਬੱਦਲ ਹੁੰਦੇ ਆ ਤੇ ਬੱਦਲਾਂ ਦੇ ਥੋੜੀ ਜਿਹੀ ਬਿਜਲੀ ਲਿਸ਼ਕਦੇ ਆ ਨਾ, ਪਰ ਜਦੋਂ ਬਿਜਲੀ ਲਿਸ਼ਕਦੀ ਆ ਉਹ ਆਪਣਾ ਪ੍ਰਤਾਪ ਸਾਰੇ ਬੱਦਲਾਂ ਦੇ ਵਿਖਾ ਦਿੰਦੇ ਆ। ਤੇ ਕਹਿੰਦੇ ਜਿਵੇਂ ਬਿਜਲੀ ਕਿਸੇ ਥਾਂ ਤੇ ਲਿਸ਼ਕਦੀ ਆ ਇੱਕਦਮ ਫਿਰ ਦੂਜੇ ਥਾਂ ਤੇ ਜਾ ਲਿਸ਼ਕਦੇ ਆ, ਏਦਾਂ ਬਿਜਲੀ ਦੀ ਨਿਆਈ ਖਾਲਸਾ ਜਿਹੜਾ ਹੈ ਉਹ ਤੁਰਕਾਂ ਦੇ ਜਾ ਕੇ ਟੁੱਟ ਕੇ ਪੈਂਦਾ ਹੈ। ਇੱਧਰ ਆਉਂਦੇ ਆ ਇੱਕ ਜਰਨੈਲ ਦਾ ਸਿਰ ਵੱਢ ਕੇ ਉਹ ਦੂਜੇ ਪਾਸੇ ਜਾ ਪੈਂਦੇ ਆ। ਉਹਨਾਂ ਨੂੰ ਹੋਸ਼ ਹੀ ਨਹੀਂ ਆਉਂਦੀ, ਪਤਾ ਹੀ ਨਹੀਂ ਲੱਗਦਾ ਵੀ ਸਿੰਘ ਜੰਗ ਕਿਵੇਂ ਕਰਦੇ ਆ। ਬਿਜਲੀ ਦੇ ਵਾਂਗ ਕਦੀ ਕਿਤੇ ਜਾ ਪ੍ਰਗਟ ਹੁੰਦੇ ਆ ਤੇ ਕਦੀ ਕਿਤੇ ਜਾ ਕੇ ਪ੍ਰਗਟ ਹੋ ਕੇ ਵੈਰੀਆਂ ਦੇ ਆਹੂ ਲਾਉਂਦੇ ਨੇ। ਕਹਿੰਦੇ ਇੱਥੇ ਮਾਰ ਕੇ ਤੇ ਭੱਜ ਕੇ ਜਾ ਕੇ ਉਹ ਪਰੇ 20-25 ਕਦਮ ਫਿਰ ਹੋਰ ਕਿਸੇ ਦੇ ਤਲਵਾਰ ਮਾਰਦੇ ਹਨ।
ਪਿਆਦੇ ਘੋੜੇ ਜਿਨ ਧਾਵੈ। ਸਿੰਘਾਂ ਨੂੰ ਕੁਝ ਸਮਾਂ ਮਿਲਿਆ ਤੇ ਤਗੜੇ ਹੋ ਗਏ ਸੀ ਨਾ ਸਰੀਰ, ਤੇ ਘੋੜਿਆਂ ਦੀ ਲੋੜ ਹੀ ਨਹੀਂ ਹੈ। ਅੰਦਰੋਂ ਕਿਲੇ 'ਚੋਂ ਘੋੜਿਆਂ ਦੇ ਨਹੀਂ ਆਉਂਦੇ, ਕਿਉਂਕਿ ਡਰ ਕੋਈ ਸਿੰਘਾਂ ਨੂੰ ਹੈ ਨਹੀਂ ਤੁਰਕਾਂ ਦਾ। ਤੇ ਤੁਰਕਾਂ ਦੇ ਘੋੜਿਆਂ ਦੇ ਨਾਲੋਂ ਤੇਜ਼ ਤਾਂ ਸਿੰਘ ਉੱਦਾਂ ਹੀ ਦੌੜ ਲੈਂਦੇ ਨੇ। ਅੰਦਰੋਂ ਆਉਂਦੇ ਛਾਲਾ ਮਾਰਦੇ ਤੇ ਘੋੜਿਆਂ ਤੋਂ ਵੱਧ ਤੇਜ਼ ਦੌੜ ਕੇ ਜਾ ਕੇ ਦੁਸ਼ਮਣ ਤੇ ਹੱਲਾ ਕਰ ਦਿੰਦੇ ਰਾਤ ਬਰਾਤੇ। ਰਾਤ ਹਨੇਰੀ ਸਿੰਘ ਜਾਏ ਪਰੈ। ਆ ਦਿਨੇ ਦੇ ਕਹਿੰਦੇ ਜਿਹੜਾ ਜੰਗ ਹੁੰਦਾ ਹੀ ਹੈ, ਪਰ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਨਾ, ਰਾਤ ਨੂੰ ਤੇ ਫਿਰ ਖਾਲਸੇ ਦਾ ਦਿਨ ਚੜ ਜਾਂਦਾ ਹੈ। ਤੁਰਕ ਜਿਹੜੇ ਆ ਉਹ ਰਾਤ ਲੜਨ ਨਹੀਂ ਗਿੱਜੇ, ਉਹ ਸੌਂ ਜਾਂਦੇ ਆ। ਉਹਨਾਂ ਨੇ ਖੁਰਾਕਾਂ ਭੈੜੀਆਂ ਲਾਈਆਂ, ਸ਼ਰਾਬਾਂ ਪੀਣ ਤੋਂ ਬਿਨਾਂ ਰਹਿ ਨਹੀਂ ਸਕਦੇ। ਉਹ ਲਾਣ ਡੱਫ ਕੇ ਤੇ ਮੰਜਿਆਂ ਤੇ ਡਿੱਗਦੇ ਆ ਤੇ ਖਾਲਸੇ ਜੰਗ ਕਰਨ ਦੇ ਲਈ ਉਹ ਕਮਰ ਕੱਸਾ ਕਰਦੇ। ਹਨੇਰੀ ਰਾਤ ਦੇ ਵਿੱਚ ਜਿੱਥੇ ਤੁਰਕਾਂ ਦਾ ਡੇਰਾ ਉੱਤੇ ਜਾ ਕੇ ਸਿੰਘ ਪੈਂਦੇ ਹੱਲਾ ਕਰਦੇ। ਸਿੰਘ ਤਾਂ ਜਾ ਕੇ ਹੱਲਾ ਕਰਕੇ ਕੋਈ ਰਸਤ ਬਸਤ ਲੁੱਟ ਕੇ, ਕੋਈ ਸ਼ਸਤਰ ਖੋਹ ਕੇ 10-20 ਤੁਰਕਾਂ ਨੂੰ ਮਾਰ ਕੇ ਤੇ ਆਪਣੇ ਕਿਲੇ ਦੇ ਵਿੱਚ ਵਾਪਸ ਆ ਜਾਂਦੇ। ਪਰ ਜਿਹੜੇ ਤੁਰਕ ਆ ਜਦੋਂ ਅੱਪੜ ਵਾਏ ਉੱਠਦੇ ਆ ਤੇ ਸਿੰਘਾਂ ਦੇ ਭੁਲੇਖੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਵੱਢੀ ਜਾਂਦੇ ਆ। ਸਿੰਘ ਤੇ ਆਪਣਾ ਕੰਮ ਕਰਕੇ ਬਿਜਲੀ ਵਾਂਗੂ ਲਿਸ਼ਕ ਕੇ ਤੇ ਫਿਰ ਵਾਪਸ ਆ ਗਏ, ਪਰ ਤੁਰਕ ਜਿਹੜੇ ਆਪਸ ਦੇ ਵਿੱਚ ਹੀ ਲੜ ਲੜ ਕੇ ਇੱਕ ਦੂਜੇ ਨੂੰ ਵੱਢੀ ਜਾਂਦੇ, ਮਾਰੀ ਜਾਂਦੇ ਹਨ। ਇੱਕੋ ਹੀ ਸਿੰਘ ਚਲੇ ਜੇ ਨਾ, ਕਹਿੰਦੇ ਇੱਕ ਸਿੰਘ ਹੀ ਸਾਰੀ ਫੌਜ ਤੇ ਭਾਰੀ ਪੈਂਦਾ। ਇਕੱਲਾ ਹੀ ਸਿੰਘ ਜਾ ਕੇ ਰਾਤ ਨੂੰ ਹੱਲਾ ਕਰਕੇ ਤੇ ਲੁੱਟ ਕੇ ਲੈ ਆਉਂਦਾ ਤੇ ਬਾਅਦ ਦੇ ਤੁਰਕ ਆਪਣੇ ਭਰਾਵਾਂ ਦਾ ਸਿਰ ਵੜਦੇ। ਏਦਾਂ ਕਹਿੰਦੇ ਲਾਹੌਰ ਤੋਂ ਜਿਹੜੀਆਂ ਫੌਜਾਂ ਆਈਆਂ ਉਹਨਾਂ ਨੇ ਅੰਮ੍ਰਿਤਸਰ ਘੇਰਾ ਤੇ ਪਾ ਲਿਆ ਖਾਲਸੇ ਨੂੰ, ਪਰ ਖਾਲਸਾ ਜਿਹੜਾ ਇਹਨਾਂ ਬੜੀ ਖੁਆਰੀ ਕੀਤੀ, ਬੜੀ ਤੰਗੀ ਦਿੱਤੀ। ਤੁਰਕ ਬੜੇ ਤੰਗ ਹੋਏ ਸਿੰਘਾਂ ਤੋਂ। ਜਦੋਂ ਇੱਧਰ ਕਿਲੇ ਦੇ ਵਿੱਚ ਘੇਰਾ ਪਿਆ ਹੈ, ਬਾਹਰ ਦੇ ਕਿਲੇ ਦੇ ਵਿਚਲੇ ਸਿੰਘ ਬਾਹਰ ਨਿਕਲ ਕੇ ਲੜ ਰਹੇ, ਸ਼ਹੀਦੀਆਂ ਪਾ ਰਹੇ ਨੇ। ਇਹ ਖਬਰ ਉਹਨਾਂ ਸਿੰਘਾਂ ਨੂੰ ਵੀ ਚਲੇਗੀ ਜਿਹੜੇ ਸਿੰਘ ਕਿਲੇ ਤੋਂ ਬਾਹਰ ਝਾੜਾਂ 'ਚ, ਬੇਲਿਆਂ 'ਚ, ਖੱਡਾਂ ਦੇ ਵਿੱਚ ਰਹਿੰਦੇ ਸੀ। ਉਹਨਾਂ ਨੂੰ ਪਤਾ ਲੱਗਾ ਵੀ ਰਾਮ ਰੌਣੀ ਜਿਹੜਾ ਕਿਲਾ ਏ, ਉੱਥੇ ਆ ਕੇ ਮੀਰ ਮਨੂ ਦੀਆਂ ਫੌਜਾਂ ਨੇ ਖਾਲਸੇ ਨੂੰ ਘੇਰਾ ਪਾ ਲਿਆ ਹੈ। ਵੇਖੋ ਕਿਹੋ ਜਿਹੇ ਮਹਾਰਾਜ ਦੇ ਸਿੰਘ ਹੈ ਵੀ ਕਿਤੇ ਲੜਾਈ ਹੁੰਦੀ ਹੋਵੇ ਤੇ ਲੋਕ ਉਹ ਰਾਹ ਛੱਡ ਕੇ ਦੂਜੇ ਪਾਸੇ ਨੂੰ ਜਾਂਦੇ ਆ। ਤੇ ਜਦੋਂ ਸਿੰਘਾਂ ਨੂੰ ਪਤਾ ਲੱਗਦਾ ਵੀ ਇੱਥੇ ਜੰਗ ਹੋ ਰਿਹਾ ਹੈ ਤੇ ਆਪ ਉੱਥੇ ਪਹੁੰਚ ਕੇ ਹਿੱਸਾ ਲੈਂਦੇ ਆ। ਖਾਲਸੇ ਵਾਸਤੇ ਤਾਂ ਜੰਗ ਕਰਨਾ ਇਹ ਜੱਗ ਦੀ ਨਿਆਈ ਹੈ, ਵੀ ਜਿਵੇਂ ਜੱਗ ਹੀ ਲੱਗਾ ਹੋਵੇ। ਸਿੰਘ ਆ ਨਿਕਲੇ ਝਾੜਾਂ ਦੇ ਵਿੱਚੋਂ, ਬੇਲਿਆਂ ਚੋਂ, ਖੱਡਾਂ ਦੇ ਵਿੱਚੋਂ। ਉਹ ਕਹਿੰਦੇ ਸਾਡੇ ਭਰਾਵਾਂ ਨੂੰ ਘੇਰਾ ਪਿਆ ਤੇ ਅਸੀਂ ਇੱਥੇ ਬੈਠੇ ਰਹੀਏ, ਗੱਲ ਸ਼ੋਭਦੀ ਨਹੀਂ ਹੈ। ਇਦਾਂ ਵਿਚਾਰ ਕਰਕੇ ਸਿੰਘ ਸ਼ਹੀਦੀਆਂ ਪਾਉਣ ਦੇ ਵਾਸਤੇ ਖੱਡਾਂ ਦੇ ਵਿੱਚੋਂ, ਝਾੜਾਂ ਦੇ ਵਿੱਚੋਂ ਨਿਕਲ ਕੇ ਆ ਕੇ ਤੁਰਕਾਂ ਦੇ ਹੱਲਾ ਬੋਲਦੇ। ਫਿਰ ਕੀ ਕੀਤਾ, ਜਿਹੜੇ ਤੁਰਕ ਹੈ ਇਹਨਾਂ ਵੇਖਿਆ ਵੀ ਇਹ ਸਿੰਘ ਕਾਬੂ ਨਹੀਂ ਆਉਂਦੇ ਸਾਡੇ, ਵੀ ਆਪਾਂ ਸੁਰੰਗ ਪੁੱਟੀਏ। ਤੇ ਸਿੰਘ ਜਿਹੜੇ ਹੈ ਇਹਨਾਂ ਨੂੰ ਆਪਾਂ ਸੁਰੰਗ ਦੇ ਰਾਹੀਂ ਕਿਲੇ ਦੇ ਵਿੱਚੋਂ ਹੀ ਜਾ ਕੇ ਫੜ ਕੇ ਮਾਰੀਏ। ਤੇ ਤੁਰਕ ਸੁਰੰਗ ਪੁੱਟਣ ਲੱਗੇ। ਅੱਗੇ ਸਿੰਘਾਂ ਨੂੰ ਵੀ ਪਤਾ ਲੱਗ ਗਿਆ। ਉਹਨਾਂ ਜਿਹੜੀ ਬਾਹਰ ਰੌਣੀ ਬਣੀ ਸੀ, ਜਿਹੜੀ ਖਾਈ ਬਣੀ ਸੀ, ਉਹ ਹੋਰ ਡੂੰਘੀ ਕਰਤੀ ਵੀ ਜਦੋਂ ਆਓਗੇ ਇਹਦੇ ਚ ਸਾਹਮਣੇ ਸਾਡੇ ਦਰਸ਼ਨ ਕਰੋਗੇ। ਫਿਰ ਖਾਈ ਦੇ ਵਿੱਚ ਜਿਹੜੇ ਪਾਸੇ ਪਤਾ ਹੈ ਨਾ ਵੀ ਤੁਰਕ ਸੁਰੰਗ ਬਣਾ ਰਹੇ ਆ, ਉਹ ਖਾਈ ਦੇ ਵਿੱਚ ਜਾ ਕੇ ਕੱਢ ਕੇ ਮਿਆਨਾਂ ਦੇ ਵਿੱਚੋਂ ਤੇਗਾ ਰੱਖ ਕੇ ਮੋਢਿਆਂ ਦੇ ਸਿੰਘ ਉੱਥੇ ਜਾ ਖਲੋਤੇ। ਤੇ ਤੁਰਕਾਂ ਦੀ ਸੁਰੰਗ ਅੱਗੇ ਨਹੀਂ ਜਾਣ ਦਿੰਦੇ ਕਿਲੇ ਦੇ ਵਿੱਚ ਨੂੰ। ਜੇ ਥੋੜਾ ਜਿਹਾ ਕਿਤੇ ਖੜਕਾ ਦੜਕਾ ਹੁੰਦਾ ਵੀ ਸੁਰੰਗ ਪੁੱਟ ਕੇ ਨੇੜੇ ਆਏ ਤੇ ਸਿੰਘ ਮਾਰ ਮਾਰ ਕੇ ਬਰਸ਼ੇ ਉੱਥੇ ਤੁਰਕਾਂ ਨੂੰ ਭਜਾ ਦਿੰਦੇ। ਕਿਉਂਕਿ ਮਹਾਰਾਜ ਦਾ ਖਾਲਸਾ ਐਸਾ ਹੈ ਵੀ ਲੜ ਕੇ ਮਰਨ ਤੋਂ ਤਾਂ ਡਰਦੇ ਹੀ ਨਹੀਂ। ਇਹਨਾਂ ਨੂੰ ਇਸ ਗੱਲ ਦਾ ਤੇ ਭੈ ਹੀ ਨਹੀਂ ਵੀ ਲੜਦਿਆਂ ਅਸੀਂ ਮਾਰੇ ਜਾਵਾਂਗੇ। ਆਪਣੀ ਜਾਨ ਤਾਂ ਬਚਾਉਣ ਦਾ ਖਿਆਲ ਹੀ ਸਿੰਘਾਂ ਦੇ ਮਨ ਵਿੱਚ ਨਹੀਂ ਆਉਂਦਾ। ਬਸ ਸਿੰਘਾਂ ਨੂੰ ਇੱਕੋ ਹੀ ਗਮ ਸਤਾਉਂਦਾ, ਇੱਕੋ ਹੀ ਬਿਪਤਾ ਆਉਂਦੀ ਹੈ ਵੀ ਖਰਚ ਮੁੱਕ ਜਾਂਦਾ। ਲੜ ਕੇ ਮਰਨ ਤੋਂ ਤਾਂ ਨਹੀਂ ਸਿੰਘ ਡਰਦੇ, ਪਰ ਭੁੱਖ ਦੇ ਨਾਲ ਜਿਹੜਾ ਮਰਨਾ ਹੈ ਇਹ ਨਹੀਂ ਸਿੰਘਾਂ ਨੂੰ ਚੰਗਾ ਲੱਗਦਾ। ਹੁਣ ਜੰਗ ਚੱਲੀ, ਕਈ ਮਹੀਨੇ ਘੇਰਾ ਪਿਆ ਤੇ ਅਖੀਰ ਸਿੰਘਾਂ ਦੀ ਜਿਹੜੀ ਰਸਤ ਬਸ ਸੀ ਉਹ ਅੰਦਰੋਂ ਖਤਮ ਹੋ ਗਈ, ਮੁੱਕ ਗਏ।
ਪਾਈ ਆ ਤੁਰਕਾਂ ਨੇ ਕਹਿੰਦੇ ਬੜੀ ਭੀੜ ਆਈ। ਸਿੰਘ ਲੜਕੇ ਤਾਂ ਮਰਨ ਦੇ ਵਾਸਤੇ ਸਦਾ ਤਿਆਰ ਰਹਿੰਦੇ ਆ, ਪਰ ਭੁੱਖ ਦੇ ਨਾਲ ਸਿੰਘ ਫੇਰ ਦੁਖੀ ਹੋ ਗਏ। ਬਾਤ ਮੌਤ ਲੈ ਆਈ ਸਿੰਘਾਂ ਨੇ ਇਹ ਗੱਲ ਜਾਣ ਲਿਆ ਵੀ ਹੁਣ ਸਾਡਾ ਜਿਹੜਾ ਹੈ ਨਾ ਸ਼ਹੀਦੀਆਂ ਦਾ ਸਮਾਂ ਆ ਗਿਆ ਹੈ। ਇਦਾਂ ਖਾਲਸੇ ਨੇ ਸੋਚਿਆ ਵੀ ਤੁਰਕ ਜਿਹੜੇ ਆਏ ਆ ਨਾ ਸਾਡੀ ਮਾਰ ਹੇਠ, ਇਹਨਾਂ ਨੂੰ ਮਾਰ ਕੇ ਆਪਾਂ ਸ਼ਹੀਦੀਆਂ ਪਾਈਏ। ਖਾਲਸੇ ਬਾਤ ਵਿਚਾਰੇ ਕਿਉਂਕਿ ਗੁਰਮਤਾ ਹੁੰਦਾ ਹੈ, ਸਲਾਹ ਹੁੰਦੀ ਹੈ ਰੋਜ਼ ਹੀ ਵੀ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ, ਕਿਵੇਂ ਜੰਗ ਲੜਨਾ। ਤੇ ਉਸ ਵੇਲੇ ਸਿੰਘਾਂ ਨੇ ਆਪਸ ਦੇ ਵਿੱਚ ਗੁਰਮਤਾ ਕੀਤਾ। ਨੱਠ ਗਏ ਪਤ ਜਾਏ ਹਮਾਰੀ ਕਹਿੰਦੇ ਖਾਲਸਾ ਜੀ ਆਪਾਂ ਇਥੋਂ ਨੱਠ ਵੀ ਸਕਦੇ ਆ, ਪਰ ਇਹ ਵੇਖੋ ਵੀ ਜੇ ਆਪਾਂ ਕਿਲੇ ਦੇ ਵਿੱਚੋਂ ਫੌਜਾਂ ਨੂੰ ਚੀਰ ਕੇ ਨੱਠ ਗਏ ਨਾ ਤੇ ਫੇਰ ਸਾਡੀ ਜਿਹੜੀ ਇੱਜ਼ਤ ਪੱਤ ਆ ਉਹ ਚਲੀ ਜਾਣੀ। ਉਹਦਾ ਕਾਰਨ ਇਹ ਹੈ ਵੀ ਤੁਰਕ ਦੇ ਲੋਕ ਆਖਣਗੇ ਵੀ ਸਿੰਘਾਂ ਨੇ ਬੜਾ ਕਹਿੰਦੇ ਕਿਲਾ ਬਣਾਇਆ ਸੀ, ਤੇ ਹੁਣ ਕਿਲਾ ਬਣਾ ਕੇ ਵੀ ਕਹਿੰਦੇ ਕਿਲਾ ਛੱਡ ਕੇ ਭੱਜ ਗਏ। ਜੰਗਲਾਂ ਵੇਲਿਆਂ ਜਦੋਂ ਗਾਂਵਸ਼ਾ ਹੁੰਦੇ ਸੀ ਉਦੋਂ ਗੱਲ ਹੋਰ ਸੀ, ਜੇ ਹੁਣ ਆਪਣਾ ਕਿਲਾ ਛੱਡ ਕੇ ਭਜਾਂਗੇ ਤੇ ਸਾਡੀ ਇੱਜ਼ਤ ਪੱਤ ਨਹੀਂ ਰਹੇਗੀ, ਖਾਲਸੇ ਦੀ ਬਹੁਤ ਨਰਾਦਰੀ ਨਿੰਦਾ ਹੋਵੇਗੀ। ਕਰਕੇ ਮਰਨ ਦਾਤ ਹੈ ਇਸ ਕਰਕੇ ਲੜ ਕੇ ਵੈਰੀਆਂ ਦੇ ਨਾਲ ਮਰਨਾ ਇਹ ਗੱਲ ਚੰਗੀ ਹੈ, ਲੜ ਕੇ ਸ਼ਹੀਦੀਆਂ ਪਾ ਲਈਏ। ਸਾਰੇ ਜੱਗ ਦੇ ਵਿੱਚ ਕਹਿੰਦੇ ਅਨੋਖਾ ਹੀ ਸਾਕਾ ਹੋਵੇਗਾ। ਲੋਕ ਤੁਹਾਡੀਆਂ ਵਾਰਾਂ ਗਾਇਆ ਕਰਨਗੇ, ਗ੍ਰੰਥ ਲਿਖੇ ਜਾਣਗੇ ਵੀ ਰਾਮ ਰੌਣੀ ਦੇ ਕਿਲੇ ਵਿੱਚ 500 ਸਿੰਘਾਂ ਨੇ ਕਈ ਮਹੀਨੇ ਤੁਰਕਾਂ ਦੇ ਛੱਕੇ ਛਡਾ ਛੱਡੇ। ਇਸ ਕਰਕੇ ਜਿਹੜੇ ਮੋਰਚੇ ਲੱਗੇ ਆ ਨਾ, ਹੱਲਾ ਕਰੋ ਤੇ ਕਿਸੇ ਨਾ ਕਿਸੇ ਤੁਰਕਾਂ ਦੇ ਮੋਰਚੇ ਤੇ ਜਾਓ, ਪੈ ਜਾਓ, ਜਾ ਕੇ ਟੁੱਟ ਕੇ ਮਾਰ ਦਿਓ ਤੇ ਆਪਣੇ ਜਿਹੜੇ ਸਿਰ ਹਨ ਇਹ ਤੁਰਕਾਂ ਦੇ ਸਿਰ ਤੇ ਲਾ ਦਿਓ। ਆਪ ਤੁਰਕਾਂ ਨੂੰ ਮਾਰਦਿਆਂ ਹੋਇਆ ਸ਼ਹੀਦੀਆਂ ਪਾ ਜਾਓ। ਕਹਿੰਦੇ ਫੇਰ ਆਪਾਂ ਕਿਤੇ ਇਕੱਲੇ ਥੋੜਾ ਮਾਰਨ ਲੱਗੇ, 2-2 4-4 10-10 ਜਿੰਨੇ ਵੀ ਮਾਰੇ ਜਾਂਦੇ ਆ ਇਹ ਤੁਰਕ ਮਾਰੋ ਤੇ ਉਹ ਤੋਂ ਬਾਅਦ ਭਾਵੇਂ ਸ਼ਹੀਦੀ ਵੀ ਪਾ ਜਾਇਓ। ਇਹਦਾ ਤੁਰਕਾਂ ਦੇ ਨਾਲ ਕਮਸਾਨ ਦਾ ਯੁੱਧ ਕਰੀਏ ਆਪਾਂ, ਹੁਣ ਇੱਥੇ ਲੜ ਕੇ ਸ਼ਹੀਦੀਆਂ ਪਾਈਏ। ਇਹਦਾ ਜਦੋਂ ਗੁਰਮਤਾ ਹੋ ਗਿਆ ਤੇ ਕਹਿੰਦੇ ਵੀ ਜਿਹੜਾ ਦੀਨਾ ਵੇਗ ਹੈ ਨਾ ਇਹਦੇ ਤੇ ਜਾ ਕੇ ਪਈਏ ਵੀ ਇਹੀ ਜਿਹੜਾ ਹੈ ਅੱਗੇ ਫੌਜ ਦਾ ਮੁਖੀ ਹੈ। ਸਿੰਘਾਂ ਨੇ ਕੀ ਕੀਤਾ ਵੀ ਹੱਲਾ ਕਰਕੇ ਤੇ ਜਿਹੜਾ ਤੁਰਕਾਂ ਦਾ ਮੋਰਚਾ ਸੀ ਜੋ ਦੀਨਾ ਵੇਗ ਅੱਗੇ ਫੌਜ ਲੈ ਕੇ ਆ ਰਿਹਾ ਸੀ ਉਹਦੇ ਉੱਤੇ ਸਿੰਘ ਜਾ ਪਏ ਤੇ ਕਹਿੰਦੇ ਜਿਹੜਾ ਦੀਨਾ ਵੇਗ ਦਾ ਮੋਰਚਾ ਸੀ ਉੱਤੇ ਖਾਲਸੇ ਨੇ ਹੱਲਾ ਕੀਤਾ, ਐਸਾ ਹੱਲਾ ਕੀਤਾ ਵੀ ਇਹਨੂੰ ਬੜਾ ਖੁਆਰ ਕੀਤਾ। ਇਹਦੇ ਪੈਰ ਹਿੱਲ ਗਏ, ਮੋਰਚਾ ਛੱਡ ਕੇ ਤੇ 50 ਨੂੰ ਜਾਣਾ ਪਿਆ। ਫੇਰ ਇੱਕ ਸਦੀਕ ਬੇਗ ਸੀ, ਕਹਿੰਦੇ ਇਹਦਾ ਜਾ ਕੇ ਵੀ ਜਿਹੜਾ ਮੋਰਚਾ ਲੱਗਾ ਸੀ ਜਿੱਥੇ ਇਹ ਘੇਰਾ ਪਾ ਕੇ ਬੈਠੇ ਉਹ ਵੀ ਸਿੰਘਾਂ ਨੇ ਜਾ ਫਤਿਹ ਕੀਤਾ। ਗਿਣਤੀ ਦੇ 20 ਸਿੰਘ ਗਏ, 20 ਸਿੰਘਾਂ ਨੇ ਜਾ ਕੇ ਐਸਾ ਹੱਲਾ ਕੀਤਾ ਵੀ ਸਦੀਕੇ ਦੇ ਕੋਲੋਂ ਸਹਾਰਿਆ ਨਹੀਂ ਗਿਆ। ਉਹਦਾ ਕਾਰਨ ਭਾਈ ਰਤਨ ਸਿੰਘ ਜੀ ਦੱਸਦੇ ਆ ਵੀ ਜਿਹੜੇ ਮਾਝੇ ਦੇ ਰਹਿਣ ਵਾਲੇ ਮਝੈਲ ਸਿੰਘ ਆ ਇਹ ਬਹੁਤੇ ਵੱਡੇ ਯੋਧੇ ਸਨ, ਮਰਦ ਬਹਾਦਰ ਦਲੇਰ ਸਨ। ਤੇ ਉਤੋਂ ਇਹਨਾਂ ਨੇ ਗੁਰੂ ਕਲਗੀਧਰ ਮਹਾਰਾਜ ਦੇ 2 ਧਾਰੇ ਖੰਡੇ ਦੀ ਪੌਲ ਪੀਤੀ ਆ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਬੱਬਰ ਸ਼ੇਰ ਨੂੰ ਵੀ ਟੱਕਰ ਦੇਣ ਨੂੰ ਤਿਆਰ ਹਨ। ਏਦਾਂ ਭਾਈ ਰਤਨ ਸਿੰਘ ਜੀ ਕਹਿੰਦੇ ਅੰਮ੍ਰਿਤਸਰ ਜਿਹੜਾ ਜੰਗ ਚੱਲ ਰਿਹਾ ਹੈ ਰੋਜ਼ ਹੀ ਜੁਗਤੀ ਦੇ ਨਾਲ ਕੋਈ 20 ਕੋਈ 10 ਸਿੰਘ ਕੋਈ 30 ਸਿੰਘ ਏਡਾ ਕੁ ਜਥਾ ਬਣਾ ਕੇ ਤੇ ਬਾਹਰ ਆਉਂਦੇ ਆ ਤੇ ਜਦੋਂ ਬਾਹਰ ਆਉਂਦੇ ਆ ਤੇ ਜ਼ਿਆਦਾਤਰ ਤੁਰਕਾਂ ਦਾ ਨੁਕਸਾਨ ਕਰਦੇ ਆ, ਕੁਝ ਸਿੰਘ ਵੀ ਸ਼ਹੀਦ ਹੁੰਦੇ ਹਨ। ਪਰ ਸਭ ਤੋਂ ਵੱਡੀ ਗੱਲ ਇੱਥੇ ਹੈਰਾਨੀ ਦੀ ਸੀ ਵੀ ਸਿੰਘਾਂ ਨੂੰ ਤੁਰਕ ਮਾਰਦੇ ਤੇ ਹੈਗੇ ਨੇ, ਤੁਰਕਾਂ ਦੀ ਗਿਣਤੀ ਰੋਜ਼ ਘਟ ਰਹੀ ਹੈ ਪਰ ਸਿੰਘ ਉਹਨੇ ਦੇ ਉਹ ਨਹੀਂ ਹੈ। ਕਹਿੰਦੇ ਸਿੰਘ ਤੁਰਕਾਂ ਦੇ ਕੋਲੋਂ ਮੁੱਕਦੇ ਨਹੀਂ। ਉਹਦਾ ਕਾਰਨ ਵੀ ਜੇ ਇੱਕ ਸ਼ਹੀਦ ਹੁੰਦਾ ਤੇ ਉਹਦੇ ਥਾਂ ਤੇ 2 ਸਿੰਘ ਆ ਕੇ ਜੰਗ ਦੇ ਵਿੱਚ ਹੋਰ ਹਾਜ਼ਰ ਹੋ ਜਾਂਦੇ, ਇੱਕ ਦੇ ਸ਼ਹੀਦ ਹੋਣ ਦੇ ਨਾਲ 2 ਸਿੰਘ ਹੋਰ ਪੈਦਾ ਹੋ ਜਾਂਦੇ।
ਮੁਕੈ ਨਹੀਂ ਜੈਸੇ ਓਗਲ ਨੀਰ। ਖਾਲਸਾ ਦੇ ਕਹਿੰਦੇ ਇਦਾਂ ਮਹਾਰਾਜ ਨੇ ਬਣਾਇਆ ਵੀ ਇਹ ਮਰ ਕੇ ਮੁੱਕਣ ਵਾਲਾ ਨਹੀਂ ਹੈ। ਜਿਵੇਂ ਸੋਮੇ ਦਾ ਪਾਣੀ ਹੁੰਦਾ ਹੈ ਨਾ, ਉਹ ਜਿੰਨਾ ਮਰਜੀ ਉਤੋਂ ਵਰਤੀ ਜਾਓ ਉਹ ਉਨਾ ਹੀ ਹੋਰ ਪ੍ਰਗਟ ਹੁੰਦਾ ਜਾਂਦਾ ਹੈ। ਇਹਦੇ ਖਾਲਸਾ ਜਿੰਨੀਆਂ ਸ਼ਹੀਦੀਆਂ ਹੁੰਦੀਆਂ ਜਾਂਦੀਆਂ ਨੇ ਉਹ ਤੋਂ ਦੁੱਗਣੇ ਪੈਦਾ ਹੁੰਦੇ, ਦੁੱਗਣੇ ਪ੍ਰਗਟ ਹੁੰਦੇ ਹਨ। ਲੋਕੇ ਸਪੇ ਜੇ ਟਿਕ ਹੁੰਦੇ ਆਏ ਜਿਤ ਕਿਤ ਵੜਾ ਤਦਬੀਰ। ਆ ਜਿਹੜੇ ਬਾਹਰ ਸਿੰਘ ਲੁਕੇ ਛਿਪੇ ਸੀ ਨਾ, ਸਾਰਿਆਂ ਨੇ ਇਸੇ ਕਰਕੇ ਕਿਲੇ 'ਚ ਪਹਿਲਾਂ ਡੇਰਾ ਲਾਇਆ ਹੀ ਨਹੀਂ। 500 ਹੀ ਰਹਿ ਸਕਦਾ ਸੀ ਤੇ ਉਵੇਂ ਵੀ ਸਾਰੇ ਸਿੰਘ ਤਾਈਓ ਨਹੀਂ ਸੀ ਬੜੇ ਵੀ ਜਦੋਂ ਘੇਰਾ ਪਵੇ ਸਿੰਘ ਬਾਹਰ ਵੀ ਤੇ ਹੋਣੇ ਚਾਹੀਦੇ ਆ ਨਾ। ਤੇ ਬਾਹਰੋਂ ਆ ਕੇ ਫਿਰ ਉਹ ਸਿੰਘ ਦੁਸ਼ਮਣਾਂ ਤੇ ਅਲੱਗ ਕਰਨ, ਉਹਦੇ ਨਾਲ ਅੰਦਰ ਵਾਲਿਆਂ ਦੀ ਮਦਦ ਹੁੰਦੀ ਹੈ। ਜਿਹੜੇ ਸਿੰਘ ਕਿਤੇ ਲੁਕੇ ਛਿਪੇ ਸੀ ਜਿਵੇਂ ਢੰਗ ਤਰੀਕਾ ਵਰਤ ਕੇ ਤੇ ਉਹ ਅੰਮ੍ਰਿਤਸਰ ਰਾਮ ਰੌਣੀ ਕਿਲੇ ਦੇ ਨੇੜੇ ਆਉਂਦੇ ਆ, ਕੋਈ ਨਾ ਕੋਈ ਤਰਤੀਬ ਲਾ ਕੇ ਢੰਗ ਤਰੀਕਾ ਲਾ ਕੇ ਜਿਹੜੇ ਗੁਪਤ ਦਰਵਾਜ਼ੇ ਰੱਖੇ ਆ ਉਹਨਾਂ ਥਾਣੀ ਬਾਹਰੋਂ ਸਿੰਘ ਆ ਕੇ ਕਿਲੇ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ। ਤੇ ਜਦੋਂ ਸਿੰਘ ਆਉਂਦੇ ਆ ਨਾ ਨਾਲ ਫਿਰ ਦਾਰੂ ਸਿੱਕਾ, ਕੋਈ ਕਹਿੰਦੇ ਵੀ ਛੋਲਿਆਂ ਦੀ ਬੋਰੀ ਭਰ ਕੇ, ਕੋਈ ਅਨਾਜ ਦੀ, ਕੋਈ ਆਟੇ ਦੀ, ਇਦਾਂ ਰਸਤ ਬਸਤ ਵੀ ਲੈ ਕੇ ਨਾਲ ਆਉਂਦੇ ਹਨ। ਜਿਵੇਂ ਜਿਵੇਂ ਸਿੰਘ ਸੰਧਾ ਸਿੰਘ ਮਰ ਜਿਵੇਂ ਬਾਹਰ ਵਾਲੇ ਸਿੰਘਾਂ ਨੂੰ ਪਤਾ ਲੱਗਦਾ ਏ ਵੀ ਕਿਲੇ ਦੇ ਅੰਦਰੋਂ ਨਿਕਲ ਕੇ ਸਿੰਘ ਤੁਰਕਾਂ ਨਾਲ ਲੜਦਿਆਂ ਹੋਇਆਂ ਸ਼ਹੀਦੀਆਂ ਪਾ ਰਹੇ ਹਨ। ਔਰ ਸਿੰਘ ਜਿਵੇਂ ਕੀਮਤ ਹੈ ਮਰ ਹੋਰ ਸਿੰਘ ਜਿਹੜੇ ਆ ਉਹ ਇਹ ਸਲਾਹ ਕਰਕੇ ਆਉਂਦੇ ਆ ਚਲੋ ਵੀ ਸਾਡੇ ਭਰਾਵਾਂ ਨੂੰ ਘੇਰਾ ਪਿਆ ਏ ਤੇ ਆਪਾਂ ਜਾ ਕੇ ਉਹਨਾਂ ਦੇ ਵੱਲੋਂ ਹੋ ਕੇ ਤੁਰਕਾਂ ਦੇ ਨਾਲ ਲੜੀਏ। ਜਿਉਂ-ਜਿਉਂ ਸਿੰਘ ਸ਼ਹੀਦ ਹੁੰਦੇ ਆ ਤਿਵੇਂ ਬਾਹਰ ਖਬਰਾਂ ਜਾਂਦੀਆਂ ਤੇ ਜਦੋਂ ਖਬਰ ਜਾਂਦੀ ਹੈ ਜਿਹੜੇ ਸਿੰਘ ਬਾਹਰ ਕਿਤੇ ਰਹਿੰਦੇ ਆ ਉਹ ਜਿਵੇਂ ਕਿਵੇਂ ਕਰਕੇ ਆ ਕੇ ਤੇ ਕਿਲੇ ਦੇ ਵਿੱਚ ਵੜ ਜਾਂਦੇ ਹਨ। ਤੇ ਜੇ ਕੋਈ ਕਹਿੰਦੇ ਵੀ ਇੱਕ ਦੋ ਸਿੰਘਾਂ ਨੂੰ ਮੌਕਾ ਨਹੀਂ ਨਾ ਮਿਲਦਾ ਜਿੰਨਾ ਚਿਰ ਅੰਦਰ ਵੜਨ ਦਾ, ਵੀ ਚਾਰ ਸਫੇਰੇ ਘੇਰਾ ਵੇਖਦੇ ਨੇ ਵੀ ਤੁਰਕਾਂ ਨੇ ਕੋਈ ਥਾਂ ਨਹੀਂ ਛੱਡਿਆ। ਉਹ ਸਿੰਘ ਦੰਦੀਆਂ ਪੀਂਦਾ, ਉਹਨੂੰ ਬੜਾ ਗੁੱਸਾ ਆਉਂਦਾ ਏ ਤੇ ਚਾਰ ਸਫੇਰੇ ਪਰਕਰਮਾ ਹੀ ਕਰੀ ਜਾਂਦਾ ਵੀ ਕਿਸੇ ਵੇਲੇ ਤੇ ਕਿਸੇ ਪਾਸਿਓਂ ਅੰਦਰ ਜਾਣ ਦਾ ਸਮਾਂ ਮਿਲੂਗਾ ਨਾ। ਵੇਖੋ ਅੰਦਰ ਘੇਰਾ ਪਿਆ ਏ, ਘੇਰੇ ਚੋਂ ਤੇ ਬਾਹਰ ਭੱਜਣ ਵਾਲੀ ਗੱਲ ਸਮਝ ਪੈਂਦੀ ਹੈ, ਪਰ ਬਾਹਰੋਂ ਸਿੰਘ ਆਪ ਘੇਰੇ 'ਚ ਆਉਣਾ ਚਾਹੁੰਦੇ ਨੇ। ਕਹਿੰਦੇ ਅਸੀਂ ਅੰਦਰ ਜਾ ਕੇ ਤੇ ਵੈਰੀਆਂ ਨਾਲ ਜੰਗ ਕਰਨਾ ਏ। ਕਹਿੰਦੇ ਜੇ ਮਰਾਂਗੇ ਤੇ ਆਪਣੇ ਭਰਾਵਾਂ ਦੇ ਨਾਲ ਹੀ ਸ਼ਹੀਦੀਆਂ ਪਾ ਕੇ ਮਰਾਂਗੇ ਤੇ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਤੇ ਤੁਰਕਾਂ ਨੂੰ ਆਪਣੇ ਕਰਾਰੇ ਹੱਥ ਵਿਖਾਵਾਂਗੇ, ਉਹਨਾਂ ਨੂੰ ਦੱਸਾਂਗੇ ਵੀ ਤੁਹਾਡਾ ਵਾਹ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨਾਲ ਪਿਆਰ ਹੈ। ਕਿਉਂਕਿ ਆਪਸ ਵਿੱਚ ਸਿੰਘਾਂ ਦੀ ਸਲਾਹ ਹੁੰਦੀ ਹੈ। ਕਹਿੰਦੇ ਜੇ ਅੱਜ ਆਪਾਂ ਆਪਣੇ ਭਰਾਵਾਂ ਦਾ ਜਿਹੜੇ ਘੇਰੇ ਵਿੱਚ ਸਿੰਘ ਆਏ ਆ ਉਹਨਾਂ ਦਾ ਸਾਥ ਨਹੀਂ ਨਾ ਦਿੰਦੇ, ਉਹਨਾਂ ਦੇ ਨਾਲ ਹੋ ਕੇ ਜੇ ਤੁਰਕਾਂ ਦੇ ਨਾਲ ਨਹੀਂ ਲੜਦੇ, ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਦਰਗਾਹ ਦੇ ਵਿੱਚ ਗਏ ਆਪਾਂ ਅੱਗੋਂ ਪਿੱਛੋਂ ਸ਼ਹੀਦ ਹੋ ਕੇ ਜੇ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਮੱਥਾ ਵਿਖਾਵਾਂਗੇ, ਕੀ ਮੂੰਹ ਵਿਖਾਵਾਂਗੇ? ਸਾਹਿਬ ਪੁੱਛਣਗੇ ਨਹੀਂ ਉਹ ਤੂੰ ਸਿੰਘ ਕਾਹਦਾ ਹੋਏ ਜਦੋਂ ਤੁਹਾਡੇ ਭਰਾਵਾਂ ਨੂੰ ਘੇਰਾ ਪਿਆ ਤੇ ਉਹਨਾਂ ਨੂੰ ਕੱਲਿਆਂ ਛੱਡ ਕੇ ਤੇ ਤੁਸੀਂ ਆਪ ਬਾਹਰ ਮੌਜਾਂ ਮਾਣਦੇ ਰਹੇ, ਤੁਹਾਡੇ ਭਰਾਵਾਂ ਦੇ ਬਿਪਤਾ ਆਈ ਤੇ ਉਹਨਾਂ ਦਾ ਦੁੱਖ ਤੁਹਾਨੂੰ ਦੁੱਖ ਨਹੀਂ ਲੱਗਾ? ਇਦਾਂ ਸਿੰਘ ਸਲਾਹ ਕਰਦੇ ਆ। ਵੇਖੋ ਕਹਿੰਦੇ ਜਦੋਂ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਅਸੀਂ ਗਏ ਤੇ ਕੀ ਮੁਖ ਵਿਖਾਵਾਂਗੇ ਵੀ ਅਸੀਂ ਆਪਣੇ ਭਰਾਵਾਂ ਦਾ ਸਾਥ ਨਹੀਂ ਦਿੱਤਾ। ਹੁਣ ਇਹ ਗੱਲ ਤੁਰਕਾਂ ਨੂੰ ਵੀ ਸਮਝ ਆ ਗਈ ਵੀ ਜੇ ਇੱਕ ਸਿੰਘ ਸ਼ਹੀਦ ਹੁੰਦਾ ਏ ਤੇ ਇਹਦੇ ਨਾਲ ਦੋ ਹੋਰ ਬਾਹਰੋਂ ਆ ਕੇ ਰਲ ਜਾਂਦੇ ਆ, ਵੀ ਜਿਵੇਂ ਕਿਵੇਂ ਕਰਕੇ ਤੇ ਦੋ ਹੋਰ ਅੰਦਰ ਕਿਲੇ ਦੇ ਵੜ ਜਾਂਦੇ ਹਨ। ਇਹਨਾਂ ਦੇ ਕਮਾਂਡਰ ਨੇ ਕਿਹਾ ਵੀ ਆਪਾਂ ਘੇਰਾ ਸਖਤ ਕਰ ਦਈਏ ਵੀ ਬਾਹਰ ਵਾਲੇ ਅੰਦਰ ਨਾ ਆਉਣ ਤੇ ਅੰਦਰ ਵਾਲੇ ਜਿਹੜੇ ਇਹਨਾਂ ਨੂੰ ਆਪਾਂ ਜਿੱਤ ਲਾਂਗੇ ਮਾਰ ਕੇ। ਇਹ ਸੋਚ ਕੇ ਜਿੱਥੇ ਦਰਵਾਜ਼ੇ ਸੀ ਕਿਲੇ ਦੇ ਉੱਥੇ ਇਹਨਾਂ ਨੇ ਉੱਚੇ ਉੱਚੇ ਬੁਰਜ ਬਣਾ ਲਏ, ਉਹਦੇ ਉੱਤੇ ਪਹਿਰੇਦਾਰ ਖਲਾਹਰ ਦਿੱਤੇ ਤੇ ਜਿੱਥੇ ਖਾਈ ਸਿੰਘਾਂ ਨੇ ਪੁੱਟੀ ਸੀ ਉਹਦੇ ਬਾਹਰ ਇੱਕ ਖਾਈ ਇਹਨਾਂ ਨੇ ਹੋਰ ਪੁੱਟਤੀ। ਉਹ ਇਸ ਕਰਕੇ ਵੀ ਇਹ ਖਾਈ ਟੱਪ ਕੇ ਇੱਕ ਟੱਪਣਗੇ, ਜਦੋਂ ਨੂੰ ਦੂਜੀ ਟੱਪਣਗੇ ਪਤਾ ਲੱਗ ਜਾਏਗਾ ਤੇ ਬੁਰਜ ਤੇ ਖਲੋਤਾ ਸਿਪਾਹੀ ਗੋਲੀ ਮਾਰ ਕੇ ਉਹ ਸਿੰਘ ਨੂੰ ਮਾਰ ਦੇਗਾ।
ਇਦਾਂ ਘੇਰਾ ਸਖਤ ਕਰ ਦਿੱਤਾ ਵੀ ਅੰਦਰ ਨਹੀਂ ਆਪਾਂ ਕਿਸੇ ਨੂੰ ਜਾਣ ਦੇਣਾ। ਆਓ ਭਈ ਜੋਦੋ ਸਿੰਘ ਵੜਤ ਤੇ ਧਾਈ। ਇਹ ਤਾਂ ਕਹਿੰਦੇ ਵੀ ਘੇਰਾ ਸਖਤ ਹੋ ਗਿਆ, ਜਿੰਨਾ ਚਿਰ ਤੀਕਰ ਤਾਂ ਸਿੰਘ ਬਾਹਰ ਵਾਲੇ ਦੌੜ ਭੱਜ ਕਰਕੇ ਤੇ ਕਿਲੇ ਦੇ ਅੰਦਰ ਵੜ ਜਾਂਦੇ ਰਹੇ ਹਨ। ਦਾਰੂ ਸਿੱਕੋ ਲੈ ਵੀ ਆਈ। ਉਹਨਾਂ ਚਿਰ ਤੀਕਰ ਤੇ ਦਾਰੂ ਸਿੱਕਾ ਵੀ ਨਾਲ ਲੈ ਆਉਂਦੇ ਸੀ। ਜਿਹੜਾ ਸਿੰਘ ਬਾਹਰੋਂ ਆਉਂਦਾ ਸੀ ਉਹ ਖਾਲੀ ਨਹੀਂ ਸੀ ਫਿਰ ਆਉਂਦਾ, ਉਹ ਕੋਈ ਨਾ ਕੋਈ ਅਸਲਾ ਬਰੂਦ ਜਾਂ ਕੋਈ ਨਾ ਕੋਈ ਰਸਤ ਬਸਤ ਬਾਹਰੋਂ ਲੈ ਕੇ ਤੇ ਫੇਰ ਕਿਲੇ ਦੇ ਵਿੱਚ ਵੜਦਾ ਸੀ। ਹੁਣ ਜਦੋਂ ਘੇਰਾ ਸਖਤ ਹੋ ਗਿਆ ਤੇ ਬਾਹਰ ਦੇ ਸਿੱਖ ਅੰਦਰ ਪ੍ਰਵੇਸ਼ ਕਰਨ ਤੋਂ ਇਹਨਾਂ ਨੇ ਰੋਕ ਲਾ ਦਿੱਤੀ ਤੁਰਕ ਫੌਜਾਂ ਨੇ। ਜਿਹੜੇ ਸਿੰਘ ਅੰਦਰ ਸੀ ਇਹਨਾਂ ਜਾਣ ਲਿਆ ਵੀ ਹੁਣ ਸਾਡਾ ਮਰਨ ਦਾ ਸਮਾਂ ਨੇੜੇ ਆ ਗਿਆ ਹੈ। ਇਹਦਾ ਸਲਾਹ ਕੀਤੀ ਵੀ ਜਿਹੜਾ ਮੋਰਚਾ ਆ ਨੇੜੇ ਆਇਆ ਨਾ, ਜਿਹੜੇ ਤੁਰਕ ਸਭ ਤੋਂ ਨੇੜੇ ਆਪਣੇ ਬੈਠੇ ਆ, ਇਹਨਾਂ ਤੇ ਹੱਲਾ ਕਰਕੇ ਇਹਨਾਂ ਨੂੰ ਮਾਰੀਏ। ਹੁਣ ਇਹਦਾ ਸਿੰਘਾਂ ਨੇ ਸਲਾਹ ਕਰ ਲਈ ਵੀ ਆਪਾਂ ਇਹਦਾ ਭੁੱਖੇ ਰਹਿ ਕੇ ਜਾਂ ਘੇਰੇ 'ਚ ਵੀ ਤੇ ਮਰਾਂਗੇ। ਆ ਜਿਹੜੀ ਤੁਰਕਾਂ ਦੀ ਫੌਜ ਬਿਲਕੁਲ ਆਪਣੇ ਕਿਲੇ ਦੇ ਨੇੜੇ ਆਈ ਹੈ ਨਾ, ਆਪਾਂ ਇਹਨਾਂ ਦੇ ਹੱਲਾ ਕਰਕੇ ਤੇ ਇਹਨਾਂ ਨੂੰ ਤੇ ਮਾਰੀਏ। ਜਿੰਨੇ ਨੇੜੇ ਆਏ ਆ ਆਪਣੇ ਦਾਥ ਲੈ ਆਏ ਮਾਰ ਮੁਕਾਈਏ। ਬਸ ਇਹੀ ਕਹਿੰਦੇ ਕਰੋ ਵੀ ਮਾਰ ਦਿਓ ਤੁਰਕਾਂ ਨੂੰ, ਜਿੰਨੇ ਮਰਦੇ ਆ ਆਪ ਮਰ ਜਾਓ ਤੇ ਸ਼ਹੀਦੀਆਂ ਪ੍ਰਾਪਤ ਕਰੋ, ਹੋਰ ਕੋਈ ਢੰਗ ਨਹੀਂ ਹੈ। ਤੇ ਬਾਕੀ ਫਿਰ ਸਿੰਘ ਕਹਿੰਦੇ ਵੀ ਜਿਹੜਾ ਦੀਨਾ ਬੇਗ ਆ ਨਾ ਇਹਨੂੰ ਲੱਭੀਏ, ਇਹ ਫੌਜ ਦੀ ਅਗਵਾਈ ਕਰ ਰਿਹਾ, ਇਹਨਾਂ ਦਾ ਜਿਹੜਾ ਕਮਾਂਡਰ ਹੈ ਕਮਾਂਡਰ ਮਾਰੀਏ, ਪਹਿਲਾਂ ਕਮਾਂਡਰ ਦਾ ਸਿਰ ਵੱਢੀਏ। ਇਧਰ ਜਦੋਂ ਸਿੰਘਾਂ ਨੇ ਸਲਾਹ ਕੀਤੀ ਵੀ ਉਹ ਜਿਹੜੀ ਫੌਜ ਸਾਡੇ ਨੇੜੇ ਨੂੰ ਆ ਰਹੀ ਹੈ ਆਪਾਂ ਇਹਨਾਂ ਤੇ ਹੱਲਾ ਕਰੀਏ ਤੇ ਦੀਨਾ ਬੇਗ ਕਮਾਂਡਰ ਮਾਰੀਏ, ਇਹਨੇ ਨੂੰ ਇੱਕ ਸਿੰਘ ਜਿਵੇਂ ਕਿਵੇਂ ਕਰਕੇ ਬਾਹਰੋਂ ਦੌੜਦਾ ਹੋਇਆ ਕਿਲੇ ਦੇ ਅੰਦਰ ਆਣ ਵੜਿਆ। ਉਹਨੇ ਆ ਕੇ ਕਿਹਾ ਖਾਲਸਾ ਜੀ ਕਿਧਰ ਤਿਆਰੀ ਕੀਤੀ ਹੈ? ਕਹਿੰਦੇ ਵੀ ਉਹ ਜਿਹੜੀ ਫੌਜ ਆ ਰਹੀ ਹੈ ਨਾ ਅਸੀਂ ਉਹਨੂੰ ਮਾਰਨਾ। ਤੇ ਉਹ ਸਿੰਘ ਕਹਿਣ ਲੱਗਾ ਉਹ ਜਿਹੜੇ ਆ ਰਹੇ ਨੇ ਉਹ ਕੋਈ ਹੋਰ ਨਹੀਂ ਹੈ, ਉਹ ਫੌਜ ਜਿਹੜੇ ਅੱਗੇ ਆ ਰਹੀ ਹੈ, ਜਿਹੜਾ ਮੋਰਚਾ ਅੱਗੇ ਆ ਰਿਹਾ ਹੈ ਉਹ ਵੀ ਤੁਹਾਡੇ ਸਿੱਖ ਭਰਾ ਹੀ ਹਨ। ਸਿੰਘਾਂ ਨੇ ਪੁੱਛਿਆ ਵੀ ਉਹ ਸਾਡੇ ਭਰਾ ਕੌਣ ਆ ਗਿਆ? ਤੇ ਜਿਹੜਾ ਸਿੰਘ ਬਾਹਰੋਂ ਭੱਜ ਕੇ ਆਇਆ ਸੀ ਉਹ ਕਹਿਣ ਲੱਗਾ ਵੀ ਸਿੰਘ ਤਰਖਾਣ। ਕਹਿੰਦੇ ਤਰਖਾਣ ਸਿੰਘ ਜੱਸਾ ਸਿੰਘ ਜੋ ਹੈ ਨਾ, ਜੱਸਾ ਸਿੰਘ ਉਹ ਆਪਣਾ ਜਥਾ ਲੈ ਕੇ ਅੱਗੇ ਨੂੰ ਆ ਰਿਹਾ ਏ। ਕਿਉਂਕਿ ਜੱਸਾ ਸਿੰਘ ਨੂੰ ਨਾ ਸਿੰਘਾਂ ਨੇ ਛੇਕ ਦਿੱਤਾ ਸੀ, ਇਹਦਾ ਬਾਟਾ ਵੱਖਰਾ ਕਰਤਾ ਸੀ। ਏਦਾਂ ਉਹ ਪ੍ਰਸੰਗ ਆਉਂਦਾ ਹੈ ਵੀ ਇਹਦੇ ਘਰੇ ਧੀ ਦਾ ਜਨਮ ਹੋਇਆ ਬੱਚੀ ਦਾ, ਤੇ ਉਹ ਹੁਣ ਪਤਾ ਨਹੀਂ ਵੀ ਉਹ ਆਪੇ ਮੋਈ ਤੇ ਜਾਂ ਉਹ ਪੁਰਾਣੀਆਂ ਮਾਈਆਂ ਜਿਵੇਂ ਕਰਦੀਆਂ ਹੁੰਦੀਆਂ ਸੀ, ਉਹ ਗੁੱਡੀਆਂ ਦੇ ਧੀਆਂ ਦੇ ਰਗਾਂ ਤੇ ਰੱਖ ਕੇ ਗੂਠਾ ਤੇ ਸਾਹ ਬੰਦ ਕਰਕੇ ਮਾਰ ਦਿੰਦੀਆਂ ਸਨ। ਸਿੰਘਾਂ ਕੋਲ ਗੱਲ ਆਈ ਵੀ ਜੱਸਾ ਸਿੰਘ ਰਾਮਗੜੀਏ ਦੇ ਘਰ ਦੇ ਧੀ ਨੇ ਜਨਮ ਲਿਆ ਏ ਤੇ ਇਹਨਾਂ ਦੀਆਂ ਮਾਈਆਂ ਨੇ ਮਾਰਤੀ ਆ। ਤੇ ਖਾਲਸਾ ਬੜਾ ਸਖਤ ਕਾਨੂੰਨ ਰੱਖਦਾ ਸੀ। ਉਸੇ ਵੇਲੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਛੇਕਤਾ, ਇਹਦਾ ਬਾਟਾ ਵੱਖਰਾ ਕਰਤਾ, ਇਹਨੂੰ ਕਹਿੰਦੇ ਵੀ ਤੂੰ ਸਾਡੇ ਲਾਗੇ ਨਹੀਂ ਆਉਣਾ। ਇਹ ਫਿਰ ਗੁੱਸਾ ਕਰਕੇ ਤੇ ਜਾ ਕੇ ਤੇ ਦੀਨਾ ਬੇਗ ਜਿਹੜਾ ਜਲੰਧਰ ਵਾਲਾ ਸੀ ਨਾ, ਇਹਦੇ ਕੋਲ ਕੁਝ 200-300 ਸਿਪਾਹੀ ਹੈਗੇ ਸਨ ਸਿੰਘ, ਉਹਨਾਂ ਨੂੰ ਨਾਲ ਲੈ ਕੇ ਤੇ ਉੱਥੇ ਭਰਤੀ ਹੋ ਗਿਆ, ਕਿਉਂਕਿ ਘੋੜਿਆਂ ਵਾਸਤੇ ਹੁਣ ਮਾਇਆ ਤੇ ਚਾਹੀਦੀ ਹੈ। ਸਿੰਘਾਂ ਨੇ ਅੱਡ ਕਰਤਾ ਤੇ ਜੱਸਾ ਸਿੰਘ ਦੀਨਾ ਬੇਗ ਦੀ ਫੌਜ ਵਿੱਚ ਭਰਤੀ ਹੋ ਗਿਆ ਸੀ। ਹੁਣ ਉਹਨਾਂ ਦੇ ਜਥੇ ਦਾ ਹੀ ਇੱਕ ਸਿੰਘ ਆਇਆ ਹੈ ਬਾਹਰੋਂ, ਆ ਕੇ ਅੰਦਰ ਦੱਸਦਾ ਏ ਵੀ ਮੈਂ ਜੱਸਾ ਸਿੰਘ ਦੇ ਜਥੇ 'ਚੋਂ ਆਇਆ ਤੇ ਖਾਲਸਾ ਜੀ ਉਹ ਹੋਰ ਕੋਈ ਨਹੀਂ ਹੈ, ਉਹ ਤੁਹਾਡੇ ਸਿੱਖ ਭਰਾ ਹੀ ਨੇ, ਜੱਸਾ ਸਿੰਘ ਦੇ ਜਥੇ ਵਾਲੇ ਆ ਰਹੇ ਜਿਨ੍ਹਾਂ ਨੂੰ ਤੁਸੀਂ ਛੇਕ ਦਿੱਤਾ ਸੀ, ਜਿਹਦਾ ਬਾਟਾ ਤੁਸੀਂ ਆਪਣੇ ਨਾਲੋਂ ਵੱਖ ਕਰ ਦਿੱਤਾ ਸੀ। ਉਹ ਦੀਨਾ ਬੇਗ ਦੇ ਕੋਲ ਨੌਕਰੀ ਕਰਦਾ ਸੀ ਤੇ ਹੁਣ ਦੀਨਾ ਬੇਗ ਨੇ ਇੱਥੇ ਘੇਰਾ ਪਾਇਆ ਹੈ ਤੇ ਜੱਸਾ ਸਿੰਘ ਨੂੰ ਵੀ ਇੱਥੇ ਆਉਣਾ ਹੀ ਪੈਣਾ ਸੀ। ਉਹਦੇ ਨਾਲ ਕਹਿੰਦੇ ਕਈ ਸੈਂਕੜੇ ਸਿੰਘ ਜਿਹੜੇ ਆ ਰਾਮਗੜੀਏ ਬਰਾਦਰੀ ਦੇ ਜਾਂ ਹੋਰ ਸਿੰਘ ਉਹ ਜੱਸਾ ਸਿੰਘ ਦੇ ਨਾਲ ਆਏ ਹਨ। ਏਦਾਂ ਪਹਿਲਾਂ ਦੇ ਜਾਣਕਾਰੀ ਦਿੱਤੀ ਵੀ ਉਹ ਜਥਾ ਜੱਸਾ ਸਿੰਘ ਦਾ ਏ
ਤੇ ਜਿਹੜਾ ਸਿੰਘ ਭਾਈ ਜੱਸਾ ਸਿੰਘ ਰਾਮਗੜੀਏ ਦੇ ਜਥੇ ਵਿੱਚੋਂ ਆਇਆ, ਫਿਰ ਉਹ ਕਹਿਣ ਲੱਗਾ, ਖਾਲਸਾ ਜੀ ਹੁਣ ਮੇਰੀ ਬੇਨਤੀ ਸੁਣੋ, ਮੇਰੇ ਆਉਣ ਦਾ ਕਾਰਨ ਸੁਣੋ ਵੀ ਮੈਂ ਤੁਹਾਡੇ ਕੋਲ ਭੱਜਾ ਹੋਇਆ ਦੌੜ ਕੇ ਕਿਲੇ ਦੇ ਅੰਦਰ ਕਿਉਂ ਆਇਆ ਹਾਂ। ਆਪੀ ਮਰੈ ਸੋ ਸਿੰਘਨ ਨਾਰੀ। ਮੇਰੇ ਆਉਣ ਦਾ ਕਾਰਨ ਇਹ ਹੈ ਵੀ ਜਿਹੜੇ ਜੱਸਾ ਸਿੰਘ ਦੇ ਜਥੇ ਦੇ ਸਿੰਘ ਹੈ ਨਾ, ਉਹਨਾਂ ਸਾਰਿਆਂ ਨੇ ਇਹ ਸਲਾਹ ਕੀਤੀ ਹੈ ਵੀ ਸਾਡੇ ਭਰਾਵਾਂ ਨੂੰ ਘੇਰਾ ਪਿਆ ਏ ਤੇ ਅਸੀਂ ਤੁਰਕਾਂ ਦੇ ਨਾਲ ਨਹੀਂ ਰਹਿਣਾ, ਅਸੀਂ ਆਪਣੇ ਕਿਲੇ ਵਾਲੇ ਸਿੰਘਾਂ ਦੇ ਨਾਲ ਰਲ ਕੇ ਇੱਥੇ ਸ਼ਹੀਦੀਆਂ ਪਾਵਾਂਗੇ, ਅਸੀਂ ਵੀ ਸਿੰਘਾਂ ਵੱਲੋਂ ਹੋ ਕੇ ਤੇ ਤੁਰਕਾਂ ਦੇ ਨਾਲ ਲੜਾਂਗੇ। ਇਹ ਤੁਮ ਹਮ ਕੋ ਲੀਵੋ ਮੇਲ। ਤੇ ਖਾਲਸਾ ਜੀ ਮੈਂ ਅੱਗੇ ਤਾਂ ਆਇਆ ਬੇਨਤੀ ਕਰਨਾ ਵੀ ਜੇ ਤੁਸੀਂ ਸਾਨੂੰ ਮੇਲ ਲਓ ਨਾ, ਜੇ ਤੁਹਾਡੀ ਆਗਿਆ ਹੋਵੇ ਅਸੀਂ ਵੀ ਕਿਲੇ ਦੇ ਵਿੱਚ ਆ ਕੇ ਤੁਹਾਡੇ ਵੱਲੋਂ ਵੈਰੀ ਦੇ ਨਾਲ ਲੜੀਏ। ਆਏ ਰਲੇ ਹਮ ਤੁਮਰੀ ਕੈਦ। ਬਸ ਤੁਹਾਡੀ ਆਗਿਆ ਚਾਹੀਦੀ ਹੈ। ਕਿਲੇ ਵਾਲੇ ਸਿੰਘਾਂ ਨੂੰ ਆ ਕੇ ਉਹ ਸਿੰਘ ਨੇ ਕਿਹਾ, ਤੁਹਾਡੀ ਆਗਿਆ ਲੈਣ ਵਾਸਤੇ ਮੈਂ ਜੱਸਾ ਸਿੰਘ ਦੇ ਜਥੇ ਦੇ ਵਿੱਚੋਂ ਆਇਆ ਹਾਂ। ਅਬ ਆਖਰੀ ਵੇਲਾ। ਅੱਗੋਂ ਸਿੰਘ ਜਿਹੜੇ ਸੀ ਉਹ ਕਹਿਣ ਲੱਗੇ ਆਏ ਹੋਏ ਸਿੰਘ ਨੂੰ, ਕਹਿੰਦੇ ਖਾਲਸਾ ਜੀ ਹੁਣ ਤੁਹਾਡੇ ਕੋਲ ਆਖਰੀ ਵੇਲਾ ਹੈ ਪੰਥ ਦੇ ਨਾਲ ਮਿਲਣ ਦਾ। ਕਹਿੰਦੇ ਜੇ ਹੁਣ ਤੁਸੀਂ ਪੰਥ ਦੇ ਨਾਲ ਸਾਡੇ ਨਾਲ ਮੇਲ ਕਰੋ ਤੇ ਤੁਹਾਡੇ ਪਿਛਲੇ ਗੁਨਾਹ ਮਾਫ ਹੋ ਜਾਣਗੇ। ਤੇ ਨਾਲ ਹੀ ਸਿੰਘਾਂ ਨੇ ਕਿਹਾ ਵੀ ਤੁਹਾਨੂੰ ਦੇਣ ਵਾਸਤੇ ਸਾਡੇ ਕੋਲ ਹੈ ਕੋਈ ਨਹੀਂ, ਘੇਰਾ ਪਿਆ ਏ, ਰਸਤਾਂ ਬਸਤਾਂ ਵੀ ਮੁੱਕੀਆਂ ਨੇ, ਪਰ ਇੱਕ ਵਚਨ ਕਰਦੇ ਆ ਵੀ ਜੇ ਤੁਸੀਂ ਬਾਹਰੋਂ ਆ ਕੇ ਸਾਡੇ ਨਾਲ ਮਿਲ ਜਾਂਦੇ ਹੋ ਤੇ ਇਹਦੇ ਬਦਲੇ ਤੁਹਾਨੂੰ ਗੁਰੂ ਸਾਹਿਬ ਜੀ ਫਲ ਦੇਣਗੇ, ਗੁਰੂ ਪਾਤਸ਼ਾਹ ਬੜੀਆਂ ਬਖਸ਼ਿਸ਼ਾਂ ਕਰਨਗੇ। ਇਹ ਖਾਲਸੇ ਦਾ ਵਚਨ ਜ਼ਰੂਰ ਪੂਰਾ ਹੋਵੇਗਾ। ਤੁਸੀਂ ਜਦੋਂ ਪੰਥ ਦੇ ਨਾਲ ਮਿਲੋਗੇ ਤੇ ਮਹਾਰਾਜ ਤੁਹਾਡੇ ਉੱਤੇ ਬਹੁਤ ਜ਼ਿਆਦਾ ਕਿਰਪਾ ਕਰਨਗੇ। ਸੇਵ ਢੰਗ ਦੇ ਨਾਲ ਉਹ ਸਿੰਘ ਨੇ ਅੰਦਰ ਸੁਨੇਹਾ ਦੇ ਦਿੱਤਾ ਤੇ ਉਧਰ ਜੱਸਾ ਸਿੰਘ ਜੀ ਨੂੰ ਜਾ ਕੇ ਤੇ ਜਿਹੜੇ ਹੋਰ ਨਾਲ ਦੇ ਸਿੰਘ ਸਨ ਉਹ ਕਹਿਣ ਲੱਗੇ, ਸਰਦਾਰ ਜੱਸਾ ਸਿੰਘ ਜੀ ਹੁਣ ਤੁਸੀਂ ਆਪਣੀ ਸੰਭਾਲ ਆਪੇ ਹੀ ਕਰੋ, ਅਸੀਂ ਤੇ ਚੱਲੇ ਆਪਣੇ ਭਰਾਵਾਂ ਦੇ ਕੋਲ, ਅਸੀਂ ਤੇ ਚੱਲੇ ਕਿਲੇ ਦੇ ਵਿੱਚ। ਅਸੀਂ ਤੇ ਹੁਣ ਰਾਮ ਰੌਣੀ ਕਿਲੇ ਦੇ ਅੰਦਰ ਵੜਾਂਗੇ ਤੇ ਪੰਥ ਦੇ ਨਾਲ ਹੀ ਸ਼ਹੀਦੀਆਂ ਪਾਵਾਂਗੇ, ਆਪਣੇ ਭਰਾਵਾਂ ਤੋਂ ਪੰਥ ਤੋਂ ਵੱਖਰੇ ਹੋ ਕੇ ਨਹੀਂ ਅਸੀਂ ਮਰਨਾ। ਜਦੋਂ ਜੱਸਾ ਸਿੰਘ ਜੀ ਨੂੰ ਨਾਲ ਦੇ ਸਿੰਘਾਂ ਨੇ ਕਿਹਾ ਨਾ ਵੀ ਬਾਬਾ ਜੱਸਾ ਸਿਆ ਜੇ ਤੂੰ ਨਹੀਂ ਜਾਣਾ ਤੇ ਅਸੀਂ ਅੰਦਰ ਚੱਲੇ ਹੀ ਹੋ, ਅਸੀਂ ਤੇ ਪੰਥ ਦੇ ਨਾਲ ਰਹਿਣਾ ਹੈ। ਤੇ ਬਾਬਾ ਜੱਸਾ ਸਿੰਘ ਰਾਮਗੜੀਆ ਸੁਣ ਕੇ ਸਿੰਘਾਂ ਨੂੰ ਕਹਿਣ ਲੱਗੇ, ਕਹਿੰਦੇ ਸਿੰਘੋ ਅਸੀਂ ਕਦੋਂ ਖਾਲਸੇ ਦੇ ਨਾਲੋਂ ਵੱਖ ਹੋਣਾ ਚਾਹੁੰਦੇ ਆ, ਮੈਂ ਖਾਲਸੇ ਦੇ ਨਾਲੋਂ ਟੁੱਟਣਾ ਕਦੋਂ ਚਾਹੁੰਦਾ ਹਾਂ। ਇਹਦਾ ਖਾਲਸੇ ਨੇ ਮੈਨੂੰ ਆਪ ਹੀ ਬਾਟਾ ਵੱਖਰਾ ਕਰਕੇ ਸੇਕ ਕੇ ਵੱਖਰਾ ਕੀਤਾ ਸੀ, ਮੈਂ ਤੇ ਆਪਣੇ ਪੰਥ ਦੇ ਨਾਲੋਂ ਵੱਖ ਨਹੀਂ ਹੋਣਾ ਚਾਹੁੰਦਾ, ਪਰ ਚਲੋ ਆਪਾਂ ਚੱਲੀਏ, ਅਸੀਂ ਵੀ ਇਸ ਮੁਸ਼ਕਲ ਸਮੇਂ ਦੇ ਵਿੱਚ ਆਪਣੇ ਖਾਲਸੇ ਪੰਥ ਦੇ ਆਪਣੇ ਭਰਾਵਾਂ ਦੇ ਨਾਲ ਰਲਾਂਗੇ। ਫਿਰ ਕੀ ਹੋ ਗਿਆ ਜੇ ਆਪਣੀ ਟੁੱਟ ਗਈ, ਆਪਾਂ ਛੇਕੇ ਗਏ ਆ, ਗੁਰੂ ਖਾਲਸਾ ਗੰਢਣ ਵਾਲਾ ਹੈ, ਗੁਰੂ ਖਾਲਸਾ ਸਮਰੱਥ ਹੈ, ਮੇਲਣ ਵਾਲਾ ਹੈ। ਸਾਧ ਸੰਗਤ ਜੀ ਇਹ ਰਹਿਤਨਾਮਿਆਂ 'ਚ ਲਿਖਿਆ ਹੈ ਵੀ ਜੇ ਸਿੰਘ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਸਜ਼ਾ ਜ਼ਰੂਰ ਦੇਣੀ, ਪਰ ਜੇ ਕੋਈ ਸਿੰਘ ਆ ਕੇ ਪੰਥ ਕੋ ਮਾਫੀ ਮੰਗਦਾ ਹੈ ਤੇ ਉਹਨੂੰ ਮਾਫੀ ਵੀ ਜ਼ਰੂਰ ਦੇਣੀ, ਹੱਠ ਨਹੀਂ ਕਰਨਾ ਵੀ ਇਹ ਤੈਨੂੰ ਸਜ਼ਾ ਦੇਤੀ ਵੀ ਮਾਫੀ ਨਹੀਂ ਮਿਲਣੀ। ਪੰਥ ਦੀ ਮਰਿਆਦਾ ਹੈ, ਜਿਹੜਾ ਕੋਈ ਸਿੱਖ ਆਪਣੀ ਵੱਡੀ ਤੋਂ ਵੱਡੀ ਹੋਈ ਭੁੱਲ ਬਖਸ਼ਾਉਣ ਵਾਸਤੇ ਜਦੋਂ ਪੰਥ ਅੱਗੇ ਹਾਜ਼ਰ ਹੋ ਜਾਵੇ ਫਿਰ ਪੰਥ ਨੂੰ ਉਹਦੇ ਮਾਫ ਕਰਨਾ ਹੀ ਪੈਂਦਾ ਹੈ। ਇਹ ਰਵਾਇਤ ਹੈ ਸਾਡੀ। ਤੇ ਭਾਈ ਜੱਸਾ ਸਿੰਘ ਜੀ ਨੇ ਵਿਚਾਰਿਆ ਵੀ ਖਾਲਸਾ ਆਪੇ ਟੁੱਟੀਆਂ ਗੰਢ ਲਵੇਗਾ, ਚਲੋ ਆਪਾਂ ਖਾਲਸੇ ਦੇ ਕੋਲ ਪਹੁੰਚੀਏ। ਜੱਸਾ ਸਿੰਘ ਨੇ ਲਿਖੀ ਅਰਦਾਸ। ਸਰਦਾਰ ਜੱਸਾ ਸਿੰਘ ਨੇ ਇੱਕ ਚਿੱਠੀ ਦੇ ਵਿੱਚ ਅਰਦਾਸ ਲਿਖੀ ਅੰਦਰਲੇ ਸਿੰਘਾਂ ਦੇ ਤਾਏ। ਮਨ ਤੀਰ ਕੱਲੇ ਸਿੰਘਨ ਪਾਸ। ਉਹ ਇੱਕ ਧਾਗੇ ਨਾਲ ਬੰਨ ਕੇ ਤੇ ਤੀਰ ਦੇ ਨਾਲ ਬੰਨੀ ਤੇ ਤੀਰ ਚਲਾਉਣ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਬੜਾ ਮਾਹਰ ਸੀ। ਇਹਨੇ ਤੀਰ ਚਲਾ ਕੇ ਤੇ ਉਹਦੇ ਨਾਲ ਚਿੱਠੀ ਬੰਨ ਕੇ ਤੇ ਕਿਲੇ ਦੇ ਅੰਦਰ ਭੇਜੀ ਹੈ। ਉਹਦੇ ਵਿੱਚ ਲਿਖਿਆ ਹੈ, ਖਾਲਸਾ ਜੀ ਅਸੀਂ ਬੇਨਤੀ ਕਰਦੇ ਹਾਂ ਸਾਡੇ ਤੇ ਕਿਰਪਾ ਕਰੋ, ਅਸੀਂ ਬਾਹਰ ਬੈਠੇ ਆ ਕੇ ਤੇ ਤੁਸੀਂ ਸਾਨੂੰ ਆਪਣੇ ਨਾਲ ਮੇਲ ਲਵੋ, ਕਿਲੇ ਦੇ ਅੰਦਰ ਆਉਣ ਦੀ ਸਾਨੂੰ ਆਗਿਆ ਦੇਵੋ।
ਖਾਲਸੇ ਸ਼ਰਨ ਆਏ। ਅਸੀਂ ਖਾਲਸੇ ਪੰਥ ਦੀ ਸ਼ਰਨ ਪੈਣਾ ਚਾਹੁੰਦੇ ਹਾਂ। ਅਸੀਂ ਤੁਹਾਡੇ ਚਰਨਾਂ ਤੇ ਆ ਕੇ ਮੱਥਾ ਟੇਕਣਾ ਚਾਹੁੰਦੇ ਹਾਂ। ਮਿਲ ਲਿਖਿਓ ਅਬ ਮਿਲਨੇ ਵੇਲਾ। ਅੱਗੋਂ ਜਵਾਬ ਦੇ ਵਿੱਚੋਂ ਕਿਲੇ ਵਾਲੇ ਸਿੰਘਾਂ ਨੇ ਵੀ ਚਿੱਠੀ ਲੈ ਕੇ ਭੇਜੀ, ਜੱਸਾ ਸਿਆ ਆਹੀ ਤੇ ਮਿਲਣ ਦਾ ਵੇਲਾ, ਹੁਣ ਇਕੱਠੇ ਹੋਣ ਦਾ ਸਮਾਂ ਹੈ। ਟੁੱਟੇ ਫੁੱਟੇ ਭੋਗ ਮੇਲਾ। ਆ ਜਿਹੜੇ ਟੁੱਟੇ ਫੁੱਟੇ ਹੁੰਦੇ ਆ ਨਾ, ਆਪਸ ਦੇ ਵਿੱਚ ਜੁਦਾ ਹੋਏ ਹੁੰਦੇ ਆ, ਕੋਈ ਰਗੜਾ ਝਗੜਾ ਹੋਵੇ ਤੇ ਕਹਿੰਦੇ ਹੁਣ ਉਹਨਾਂ ਦਾ ਤੇ ਇਕੱਠੇ ਹੋਣ ਦਾ ਸਮਾਂ ਹੈ, ਕਿਉਂਕਿ ਯੁੱਧ ਧਰਮ ਦਾ ਇਹ ਤੇ ਤੁਰਕ ਪੰਥ ਖਤਮ ਕਰਨਾ ਚਾਹੁੰਦੇ ਆ ਤੇ ਆਪਾਂ ਇਹਨਾਂ ਨੂੰ ਦੁਸ਼ਟਾਂ ਨੂੰ ਨਾਸ਼ ਕਰੀਏ। ਜੱਸਾ ਸਿੰਘ ਬੇਗ ਦੀਨਨ ਕਹਿਓ। ਆ ਜਦੋਂ ਪੰਥ ਦੀ ਆਗਿਆ ਮਿਲ ਗਈ ਵੀ ਇਹ ਹੁਣ ਨਹੀਂ ਜੇ ਮਿਲਣਾ ਜੱਸਾ ਸਿਆ, ਤੇ ਫਿਰ ਕਦੋਂ ਮਿਲਣਾ ਹੈ। ਜੱਸਾ ਸਿੰਘ ਜੀ ਨੇ ਗੱਲ ਗੁਪਤ ਰੱਖੀ ਤੇ ਦੀਨਾ ਬੇਗ ਜਿਹਦੇ ਕੋਲ ਨੌਕਰੀ ਕਰਦੇ ਸੀ ਉਹਨੂੰ ਜਾ ਕੇ ਕਹਿਣ ਲੱਗੇ, ਅਮਰੋ ਹਿਸਾਬ ਤਬੈ ਕਰ ਦਿਓ। ਕਈ ਮਹੀਨਿਆਂ ਦੀ ਤਨਖਾਹ ਰਹਿੰਦੀ ਸੀ ਲੈਣ ਵਾਲੀ। ਕਹਿੰਦੇ ਦੀਨਾ ਬੇਗ ਸਾਡੀ ਤਨਖਾਹ ਨਹੀਂ ਤੂੰ ਦਿੱਤੀ, ਹੁਣ ਸਾਡੀ ਤਨਖਾਹ ਦਾ ਹਿਸਾਬ ਕਿਤਾਬ ਕਰ, ਫੇਰ ਅੱਗੇ ਵੇਖਾਂਗੇ ਕੀ ਕਰਨਾ ਏ। ਹਿਸਾਬ ਕਰਾਏ ਸੋ 2 ਦਿਨ ਪਾਏ। ਆ 2 ਦਿਨ ਲੱਗੇ। 2 ਦਿਨਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਦੀਨਾ ਬੇਗ ਦੇ ਕੋਲੋਂ ਹਿਸਾਬ ਕਰਾ ਕੇ ਤੇ ਸਾਰੀ ਮਾਇਆ ਲੈ ਲਈ। ਉਹਦਾ ਕਾਰਨ ਇਹ ਸੀ ਵੀ ਕਿਲੇ ਦੇ ਅੰਦਰ ਜਾਣਾ ਹੈ, ਵੀ ਜੰਗ ਕੀ ਪਤਾ ਕਿੰਨਾ ਲੰਮਾ ਚੱਲੇ ਤੇ ਜੰਗ ਦੇ ਵਿੱਚ ਮਾਇਆ ਦੀ ਲੋੜ ਪੈਂਦੀ ਹੈ। ਬੜਿਓ ਜੱਸਾ ਸਿੰਘ ਅੰਦਰ ਜਾਏ। ਜਦੋਂ ਤਨਖਾਹ ਮਿਲ ਗਈ ਤੇ ਇੱਕਦਮ ਹੀ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਲੈ ਕੇ ਖਾਲਸੇ ਦੀ ਆਗਿਆ ਦੇ ਨਾਲ ਰਾਮ ਰੌਣੀ ਕਿਲੇ ਦੇ ਵਿੱਚ ਆ ਵੜਿਆ। ਜਬ ਜੱਸਾ ਸਿੰਘ ਅੰਦਰ ਵੜਾ। ਜਦੋਂ ਸਰਦਾਰ ਜੱਸਾ ਸਿੰਘ ਤੁਰਕਾਂ ਦੀ ਫੌਜ ਦਾ ਸਾਥ ਛੱਡ ਕੇ ਤੇ ਅੰਦਰ ਕਿਲੇ ਦੇ ਵਿੱਚ ਵੜ ਗਿਆ, ਸਿਰ ਜਨ ਪਾਣੀ ਵੜਾ। ਮਾਨੋ ਤੁਰਕਾਂ ਦੇ ਸਿਰ ਤੇ ਜਿਵੇਂ ਪਾਣੀ ਪੈ ਗਿਆ। ਸਰਦਾਰ ਜੱਸਾ ਸਿੰਘ ਦੇ ਜਾਣ ਦੇ ਨਾਲ ਅੱਧੇ ਤੁਰਕ ਤਾਂ ਕਹਿੰਦੇ ਵੀ ਉਦੋਂ ਹੀ ਮਾਰੇ ਗਏ ਜਿਵੇਂ। ਤੇ ਸਾਧ ਸੰਗਤ ਜੀ ਵੇਖੋ, ਸਿੰਘ ਪੁਰਾਣੇ ਸਮਿਆਂ 'ਚ ਨਾ ਲੜ ਭੇੜ ਪੈਂਦੇ ਸੀ, ਤੇ ਜਦੋਂ ਲੜ ਭਿੜ ਪੈਂਦੇ ਫੌਜ ਚੜ ਕੇ ਵੀ ਆਈ ਹੈ। ਤੇ ਜਦੋਂ ਜੱਸਾ ਸਿੰਘ ਜੀ ਨੇ ਵੇਖਿਆ ਵੀ ਅਸੀਂ ਆਏ ਤੇ ਠੀਕ ਹੈ ਦੀਨਾ ਬੇਗ ਦੇ ਤੁਰਕਾਂ ਦੇ ਨਾਲ ਆ, ਪਰ ਅੰਦਰ ਤੇ ਸਾਡੇ ਭਰਾ ਨੇ ਨਾ, ਤੇ ਆਪਣੀਆਂ ਪਿਛਲੀਆਂ ਜਿਹੜੀਆਂ ਸੀ ਮਨ ਮੁਟਾਵ ਆਪਸ ਦੇ ਰਗੜੇ ਝਗੜੇ ਉਹ ਪਾਸੇ ਰੱਖ ਕੇ, ਤੇ ਜਦੋਂ ਵਿਪਤਾ ਬਣੀ ਜਿਵੇਂ ਆਮ ਆਪਣੇ ਕਹਾਵਤ ਹੈ ਵੀ ਭੱਜੀਆਂ ਬਾਹਾਂ ਗੱਲ ਨੂੰ ਹੀ ਆਉਂਦੀਆਂ ਨੇ, ਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਸਿੰਘਾਂ ਦੇ ਨਾਲ ਆ ਰਲੇ। ਪੰਥ ਦੀ ਤਾਕਤ ਦੁਗਣੀ ਹੋ ਗਈ। ਜਦੋਂ ਤਾਕਤ ਦੁਗਣੀ ਹੋਈ ਤੇ ਤੁਰਕਾਂ ਦੇ ਸਿਰ ਤੇ ਮਾਨੋ ਵੀ ਪਾਣੀ ਪੈ ਗਿਆ, ਕਿਉਂਕਿ ਇਹ ਚਾਹੁੰਦੇ ਸੀ ਵੀ ਸਿੰਘ ਤਗੜੇ ਬੜੇ ਐ ਤੇ ਸਿੰਘਾਂ ਨੂੰ ਸਿੰਘਾਂ ਦੇ ਕੋਲੋਂ ਅਸੀਂ ਮਰਵਾਵਾਂਗੇ, ਪਰ ਖਾਲਸਾ ਇਕੱਠਾ ਹੋ ਗਿਆ। ਸਤਿਗੁਰ ਕੁਦਰਤ ਜੋ ਹੋਈ ਕਰਤਨ ਸਿੰਘਨ ਕਾਜ। ਕਹਿੰਦੇ ਗੁਰੂ ਮਹਾਰਾਜ ਦੀ ਏਦਾਂ ਕਲਾ ਵਰਤੇ, ਇੱਕ ਤਾਂ ਸਿੰਘਾਂ ਦੀ ਤਾਕਤ ਵੱਧ ਗਈ ਤੇ ਦੂਜਾ ਮਹਾਰਾਜ ਨੇ ਖਾਲਸੇ ਦੀ ਫਤਿਹ ਕਰਾਉਣ ਵਾਸਤੇ ਤੇ ਖਾਲਸੇ ਦੇ ਹੋਰ ਬੋਲ ਬਾਲੇ ਕਰਾਉਣ ਵਾਸਤੇ ਐਸੀ ਮਹਾਰਾਜ ਨੇ ਸ਼ਕਤੀ ਵਰਤਾਏ। ਆ ਜਿਹੜੀ ਪਿਛੇ ਕਥਾ ਆ ਚੁੱਕੀ ਨਾ, ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਭਜਾਇਆ ਸੀ ਮੀਰ ਮੰਨੂ ਨੇ, ਤੇ ਸ਼ਾਹ ਨਵਾਜ਼ ਭੱਜ ਗਿਆ ਸੀ ਤੇ ਲੱਖੂ ਪਾਪੀ ਉਹਨੇ ਫੜ ਲਿਆ ਸੀ, ਤੇ ਜਿਹੜਾ ਸ਼ਾਹ ਨਵਾਜ਼ ਭੱਜਾ ਸੀ ਨਾ, ਉਹਨੇ ਦੁਬਾਰਾ ਫੌਜ ਇਕੱਠੀ ਕੀਤੀ ਤੇ ਫੌਜ ਇਕੱਠੀ ਕਰਕੇ ਤੇ ਮੁਲਤਾਨ ਤੇ ਕਬਜ਼ਾ ਕਰ ਲਿਆ। ਲਾਹੌਰ ਤੇ ਮੁਲਤਾਨ ਇੱਕੋ ਇਹਨਾਂ ਦਾ ਸੰਪਰਕ ਸੀ ਆਪਸ ਦੇ ਵਿੱਚ, ਤੇ ਮੁਲਤਾਨ ਆ ਕੇ ਜਿਹੜਾ ਖਾਨ ਬਹਾਦਰ ਜ਼ਕਰੀਆ ਖਾਨ ਦਾ ਪੁੱਤਰ ਸੀ ਸ਼ਾਹ ਨਵਾਜ਼, ਉਹਨੇ ਉਹਨਾਂ ਦਿਨਾਂ ਦੇ ਮੁਲਤਾਨ ਤੇ ਕਬਜ਼ਾ ਕਰ ਲਿਆ ਜਦੋਂ ਲਾਹੌਰ ਦੀਆਂ ਫੌਜਾਂ ਅੰਮ੍ਰਿਤਸਰ ਸਿੰਘਾਂ ਦੇ ਨਾਲ ਜੰਗ ਲੜ ਰਹੀਆਂ ਸਨ। ਕਹਿੰਦੇ ਹੁਣ ਮੀਰ ਮੰਨੂ ਨੂੰ ਆਪਣੀ ਬਿਪਤਾ ਪੈ ਗਈ, ਆਪਣੇ ਸਿਰ ਤੇ ਉਹਦੇ ਭਾਰੀ ਪੈ ਗਈ ਵੀ ਮੁਲਤਾਨ ਉਹਨੇ ਆ ਕੇ ਮੱਲ ਲਿਆ ਏ ਤੇ ਥੋੜੇ ਦਿਨਾਂ ਨੂੰ ਲਾਹੌਰ ਤੇ ਵੀ ਕਬਜ਼ਾ ਨਾ ਕਰਦਾ ਹੋਵੇ ਸ਼ਾਹ ਨਵਾਜ਼। ਮੀਰ ਮੰਨੂ ਨੇ ਫੌਜ ਸੱਦ ਲਈ। ਉਸ ਵੇਲੇ ਤੁਰਤ ਫੁਰਤ ਮੀਰ ਮੰਨੂ ਨੇ ਹੁਕਮ ਭੇਜਿਆ, ਕਹਿੰਦੇ ਵੀ ਸਿੰਘਾਂ ਦੇ ਨਾਲ ਤੇ ਆਪਾਂ ਫੇਰ ਲੜ ਲਵਾਂਗੇ, ਇਧਰ ਮੁਲਤਾਨ ਦੇ ਉੱਤੇ ਕਬਜ਼ਾ ਹੋ ਗਿਆ ਏ ਤੇ ਲਾਹੌਰ ਤੇ ਆ ਕੇ ਸ਼ਾਹ ਨਵਾਜ਼ ਕਬਜ਼ਾ ਨਾ ਕਰੇ। ਸਾਰੀ ਫੌਜ ਨੂੰ ਆਰਡਰ ਆ ਗਿਆ ਵੀ ਅੰਮ੍ਰਿਤਸਰ ਛੱਡ ਕੇ ਤੇ ਸਾਰੇ ਲਾਹੌਰ ਪਹੁੰਚੋ ਛੇਤੀ। ਜਦੋਂ ਏਦਾਂ ਫੌਜ ਵਾਪਸ ਪਹੁੰਚੇ ਤੇ ਕੌੜਾ ਮਲ ਇਹ ਰਹਿੰਦੇ ਤੇ ਇਹਨਾਂ ਤੁਰਕਾਂ ਦੇ ਨਾਲ ਹੀ ਸਨ, ਨੌਕਰੀ ਕਰਦੇ, ਪਰ ਵਿੱਚ ਹੀ ਪੰਥ ਦਾ ਬੜਾ ਕੰਮ ਕਰਦੇ ਸੀ। ਤੇ ਕੌੜਾ ਮਲ ਜੀ ਨੇ ਫਿਰ ਗੱਲ ਬਣਾਏ ਇਹ ਜਿਹੜੀ ਬਿਪਤਾ ਪਈ, ਉਸ ਬਿਪਤਾ ਪਈ ਦੇ ਵਿੱਚੋਂ ਹੀ ਖਾਲਸੇ ਦੇ ਵਾਸਤੇ ਚੰਗਾ ਸਮਾਂ ਲੈ ਕੇ ਆਈਏ।
ਉਹਨਾਂ ਨੇ ਕਹਿੰਦੇ ਜੁਗਤੀ ਦੇ ਨਾਲ ਗੱਲ ਬਣਾ ਲਈ। ਸਿੰਘਨ ਲਈਏ ਸਾਥ ਰਲਾਈ। ਮੀਰ ਮਨੂੰ ਨੂੰ ਆ ਕੇ ਕਹਿੰਦੇ ਵੀ ਮੀਰ ਮਨੂੰ ਸੂਬੇਦਾਰ ਜੇ ਆਪਾਂ ਸ਼ਾਹ ਨਵਾਜ਼ ਦੇ ਕੋਲੋਂ ਜਿੱਤਣ ਦੇ ਵਾਸਤੇ ਸਿੰਘਾਂ ਨੂੰ ਵੀ ਆਪਣੇ ਨਾਲ ਲਾ ਲਈਏ, ਸਿੰਘਾਂ ਦੀ ਮਦਦ ਮੰਗੀਏ ਤੇ ਸਿੰਘ ਆਪਣੀ ਮਦਦ ਕਰਨਗੇ ਜੇ ਤੇ ਆਪਾਂ ਫਿਰ ਜ਼ਰੂਰ ਸ਼ਾਹ ਨਵਾਜ਼ ਨੂੰ ਮਾਰ ਲਵਾਂਗੇ ਜਾਂ ਫੜ ਲਵਾਂਗੇ। ਦੀਨਾ ਬੇਗ ਵੀ ਸ਼ਾਦੀ ਪੂਰੀ। ਜਦੋਂ ਇਹ ਗੱਲ ਤੋਰੀ ਕੌੜਾ ਮਲ ਨੇ ਤੇ ਦੀਨਾ ਬੇਗ ਜਿਹੜਾ ਜਲੰਧਰ ਦਾ ਸੀ ਨਾ ਸੂਬਾ, ਇਹਨੇ ਵੀ ਹਾਮੀ ਭਰੀ, ਕਿਉਂਕਿ ਦੀਨਾ ਬੇਗ ਜਿਹੜਾ ਸੀ ਨਾ ਇਦਾਂ ਦਾ ਸੀ ਵੀ ਇਹ ਨਾ ਦਿਲੋਂ ਸਿੰਘਾਂ ਦੇ ਖਿਲਾਫ ਸੀ ਤੇ ਨਾ ਹੀ ਦਿਲੋਂ ਸਿੰਘਾਂ ਦੇ ਨਾਲ ਸੀ। ਕਈ ਵਾਰ ਇਹਨੇ ਸਿੰਘਾਂ ਦੇ ਵੱਲ ਹੋ ਕੇ ਤੇ ਲੰਗਰ ਲਾ ਕੇ ਸਿੰਘਾਂ ਨੂੰ ਛਕਾਉਣੇ ਤੇ ਕਈ ਵਾਰ ਸਿੰਘਾਂ ਦੇ ਚੜ੍ਹਾਈ ਕਰਨੀ, ਜਿਵੇਂ ਹੁਣ ਅੰਮ੍ਰਿਤਸਰ ਚੜ੍ਹਾਈ ਕਰਕੇ ਗਿਆ। ਤੇ ਜਿਹੜਾ ਕੌੜਾ ਮਲ ਸੀ ਉਹ ਦਿਲੋਂ ਸਿੰਘਾਂ ਦੇ ਨਾਲ ਸੀ ਤੇ ਤੁਰਕਾਂ ਦੇ ਨਾਲ ਬਾਹਰੋਂ ਸੀ, ਕਿਉਂਕਿ ਉਹਨਾਂ ਦੀ ਨੌਕਰੀ ਕਰਦਾ। ਜਦੋਂ ਕੌੜਾ ਮਲ ਨੇ ਕਿਹਾ ਮੀਰ ਮਨੂੰ ਜੇ ਆਪਾਂ ਸਿੰਘਾਂ ਦੀ ਮਦਦ ਲਈਏ, ਆਪਾਂ ਇਹਨਾਂ ਦੇ ਨਾਲ ਕਿਉਂ ਲੜਨਾ ਹੈ, ਇਹ ਸਾਡੀ ਮਦਦ ਕਰਨਗੇ ਤੇ ਇਹਨਾਂ ਦੀ ਮਦਦ ਦੇ ਨਾਲ ਆਪਾਂ ਸ਼ਾਹ ਨਵਾਜ਼ ਨੂੰ ਮੁਲਤਾਨ 'ਚ ਫੜ ਲਵਾਂਗੇ। ਇਹ ਗੱਲ ਦੀ ਹਾਮੀ ਦੀਨਾ ਬੇਗ ਨੇ ਵੀ ਭਰੀ ਵੀ ਹਾਂ ਜੀ ਮੀਰ ਮਨੂੰ ਜੇ ਜ਼ਰੂਰ ਆਪਾਂ ਖਾਲਸੇ ਦੀ ਮਦਦ ਲਈਏ, ਖਾਲਸੇ ਦੇ ਨਾਲ ਸੁਲ੍ਹਾ ਕਰ ਲਈਏ। ਮੀਰ ਮਨੂੰ ਕੇ ਗਿਣੀ ਹਜ਼ੂਰੀ। ਇਹਦਾ ਮੀਰ ਮਨੂੰ ਸੂਬਾ ਲਾਹੌਰ ਬੈਠਾ ਹੈ, ਇਹਦੇ ਕੋਲ ਇਹਦਾ ਸਲਾਹ ਹੋਈ ਤੇ ਅਖੀਰ ਇਹ ਗੱਲ ਮਿਥੀ ਗਈ ਵੀ ਆਪਾਂ ਖਾਲਸੇ ਦੀ ਜ਼ਰੂਰ ਮਦਦ ਲਈਏ। ਮੀਰ ਮਨੂੰ ਤੇ ਲਿਓ ਕਹਾਏ। ਇਹਦਾ ਦੀਵਾਨ ਕੌੜਾ ਮਲ ਜੀ ਨੇ ਮੀਰ ਮਨੂੰ ਦੇ ਕੋਲੋਂ ਇਹ ਗੱਲ ਕਹਾ ਲਈ ਵੀ ਆਪਾਂ ਖਾਲਸੇ ਪੰਥ ਦੇ ਨਾਲ ਰਲ ਮਿਲ ਕੇ ਰਹਿਣਾ ਹੈ। ਕੌੜਾ ਮਲ ਸਿੰਘ ਲਏ ਚੜਾਏ। ਤੇ ਕੌੜਾ ਮਲ ਨੇ ਸਿੰਘ ਆਪਣੇ ਨਾਲ ਚੜਾ ਲਏ, ਕਿਉਂਕਿ ਇਧਰ ਮੁਲਤਾਨ ਦੀ ਮੁਹਿੰਮ ਜਿਹੜੀ ਸੀ ਸ਼ਾਹ ਨਵਾਜ਼ ਨੂੰ ਫੜ ਕੇ ਲਿਆਉਣ ਦੀ, ਉਹ ਕੌੜਾ ਮਲ ਨੂੰ ਦੇਤੀ ਵੀ ਕੌੜਾ ਮਲ ਜੀ ਤੁਸੀਂ ਜਾਓ, ਕਿਉਂਕਿ ਸਿੰਘ ਤੁਹਾਡੇ ਨਾਲ ਪਿਆਰ ਕਰਦੇ ਆ, ਤੁਹਾਡੀ ਗੱਲ ਮੰਨਦੇ ਆ ਤੇ ਤੁਸੀਂ ਸਿੰਘਾਂ ਨੂੰ ਨਾਲ ਲੈ ਕੇ ਜਾਓ। ਪੱਟੀ ਸੰਗ ਲਏ ਰਲਾਈ। ਆ ਜਿਹੜਾ ਤਰਨਤਾਰਨ ਦਾ ਇਲਾਕਾ ਹੈ ਨਾ, ਮਾਝਾ ਪੱਟੀ ਦਾ ਇਲਾਕਾ, ਇਧਰ ਦੇ ਜਿਹੜੇ ਸਿੰਘ ਸੀ ਉਹ ਸਾਰੇ ਨਾਲ ਲੈ ਲਏ। ਸਿੱਖਾਂ ਲਿਖ ਦਵਾਈ। ਤੇ ਕੱਲਾ ਸਿੰਘਾਂ ਨੂੰ ਮਦਦ ਵਾਸਤੇ ਇਦਾਂ ਹੀ ਨਹੀਂ ਨਾਲ ਖੜਿਆ, ਪੱਟੀ ਦਾ ਜਿਹੜਾ ਅੱਧਾ ਮਾਮਲਾ ਸੀ ਉਹ ਕੌੜਾ ਮਲ ਨੇ ਨਾਲ ਦੀ ਨਾਲ ਹੀ ਕਾਗਜ਼ ਲੈ ਗਿਆ ਤੇ ਕਹਿੰਦੇ ਮੀਰ ਮਨੂੰ ਨੂੰ ਵੀ ਸੂਬਾ ਜੀ ਨਵਾਬ ਜੀ ਇੱਥੇ ਸਾਈਨ ਕਰੋ। ਕਹਿੰਦੇ ਕਾਹਦੇ? ਕਹਿੰਦੇ ਵੀ ਖਾਲਸਾ ਜਿਹੜਾ ਹੈ ਉਹਨਾਂ ਨੂੰ ਵੀ ਤੇ ਰਸਤਾਂ ਬਸਤਾਂ ਚਾਹੀਦੀਆਂ ਨੇ। ਪੱਟੀ ਇਲਾਕੇ ਦਾ ਅੱਧਾ ਮਾਮਲਾ ਸਿੰਘ ਗਰਾਉਣ, ਉਹਨੇ ਉਸੇ ਦੇ ਲੋੜ ਪਈ ਸੀ ਮੀਰ ਮਨੂੰ ਨੂੰ ਤੇ ਲੋੜ ਪਈ ਹੋਣ ਕਰਕੇ ਸਿੰਘਾਂ ਨੂੰ ਉਸੇ ਦੇ ਲਿਖਤ ਕਰਕੇ ਦੇ ਦਿੱਤੇ। ਫਿਰ ਜਿਹੜੇ 12 ਪਿੰਡ ਗੁਰੂ ਕੇ ਚੱਕ ਅੰਮ੍ਰਿਤਸਰ ਦੇ ਨਾਮ ਤੇ ਨੇੜੇ ਨੇੜੇ ਦੇ ਲੱਗੇ ਹੋਏ ਸੀ, ਜਿਨ੍ਹਾਂ ਦੇ ਉੱਤੇ ਆ ਕੇ ਤੇ ਜ਼ਕਰੀਏ ਨੇ ਫਿਰ ਮਨਾਹੀ ਕਰ ਦਿੱਤੀ ਸੀ। ਉਹ 12 ਪਿੰਡ ਰਾਮ ਰੌਣੀ ਦੇ ਨਾਲ ਲਿਖਾ ਦਿੱਤੇ। ਰਾਮ ਰੌਣੀ ਦੇ ਨਾਲ ਉਹ 12 ਪਿੰਡਾਂ ਦੀ ਲਿਖਤ ਹੋ ਗਈ ਵੀ ਇਹ ਕਿਲੇ ਦੇ ਵਿੱਚ ਰਹਿਣ ਵਾਲੇ ਸਿੱਖ 12 ਪਿੰਡਾਂ ਦਾ ਮਾਮਲਾ ਲੈਣਗੇ। ਰਾਮ ਰੌਣੀ ਰਾਮਗੜ ਪਇਓ। ਤਾਂ ਕਹਿੰਦੇ ਫਿਰ ਜਿਹੜੀ ਰਾਮ ਰੌਣੀ ਸੀ ਨਾ, ਉਹਦਾ ਨਾਮ ਰਾਮਗੜ ਪੈ ਗਿਆ ਵੀ ਸਿੰਘਾਂ ਨੇ ਇਹਦੇ ਵਿੱਚ ਕਈ ਮਹੀਨੇ ਜੰਗ ਕੀਤੀ ਹੈ ਤੇ ਖਾਲਸਾ ਹਾਰਿਆ ਨਹੀਂ, ਸਗੋਂ ਤੁਰਕਾਂ ਨੇ ਹਾਰ ਮੰਨ ਕੇ ਸਿੰਘਾਂ ਦੀ ਮਦਦ ਲਈ ਹੈ। ਉਸੇ ਦਿਨ ਤੋਂ ਸਾਰ ਸੰਗਤ ਤੋਂ ਰਾਮ ਰੌਣੀ ਰਾਮਗੜ ਕਿਲਾ ਕਰਕੇ ਮਸ਼ਹੂਰ ਹੋ ਗਿਆ। ਤੇ ਜਿਹੜਾ ਛੇਕਿਆ ਹੋਇਆ ਸੀ ਸਰਦਾਰ ਜੱਸਾ ਸਿੰਘ, ਉਹ ਕਿਲੇ ਦੀ ਮੁਖਤਿਆਰੀ ਵੀ ਉਹਨੂੰ ਦੇ ਦਿੱਤੀ, ਕਿਉਂਕਿ ਐਨ ਮੌਕੇ ਦੇ ਪੰਚ ਦੀ ਸੇਵਾ 'ਚ ਹਾਜ਼ਰ ਹੋਏ ਸੀ ਨਾ, ਤੇ ਉਹ ਪੰਚ ਨੇ ਖੁਸ਼ ਹੋ ਕੇ ਵੀ ਤੂੰ ਮੌਕੇ ਤੇ ਆ ਕੇ ਪੰਥ ਦੇ ਨਾਲ ਰਲ ਗਏ ਜਾਂ ਇਹ ਕਿਲੇ ਦੀ ਜ਼ਿੰਮੇਵਾਰੀ ਤੈਨੂੰ ਦੇ ਦਿੱਤੀ। ਜਿਸ ਕਰਕੇ ਸਰਦਾਰ ਜੱਸਾ ਸਿੰਘ ਪਹਿਲਾਂ ਜੋ ਤਖਾਣ ਸਿੰਘ ਕਹਾਉਂਦੇ ਸਨ, ਉੱਥੋਂ ਫਿਰ ਰਾਮਗੜੀਏ ਹੋ ਗਏ। ਜਿੰਨੀਆਂ ਵੀ ਤਖਾਣਾਂ 'ਚ ਬਰਾਦਰੀਆਂ ਸੀ ਉਹ ਰਾਮਗੜੀਆ ਕਹਾ ਕੇ ਖੁਸ਼ ਹੁੰਦੇ ਨੇ। ਮਿਸਤਰੀ ਸਿੰਘ ਰਾਮਗੜੀਆ ਕਹਾਉਣਾ ਚਾਹੁੰਦੇ ਨੇ। ਉਹ ਰਾਮ ਰੌਣੀ ਰਾਮਗੜ ਕਿਲਾ ਬਣ ਗਿਆ ਪੰਥ ਦੀ ਸੇਵਾ ਕਰਨ ਕਰਕੇ, ਤੇ ਇਹ ਰਾਮਗੜ ਦੀ ਜ਼ਿੰਮੇਵਾਰੀ ਜਿਹੜੀ ਹੈ ਇਹ ਜੱਸਾ ਸਿੰਘ ਨੂੰ ਮਿਲ ਗਈ। ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਆਪਣੇ ਬਜ਼ੁਰਗਾਂ ਦੇ ਕੋਲੋਂ ਕਥਾ ਸੁਣੀ ਹੈ ਨਾ ਸਾਰੇ, ਉਹ ਤੁਹਾਨੂੰ ਸੁਣਾਈ ਹੈ ਤੇ ਇਹ ਤੋਂ ਅੱਗੇ ਵੀ ਕਹਿੰਦੇ ਉਹ ਬਜ਼ੁਰਗਾਂ ਕੋਲ ਸੁਣੀ ਕਥਾ ਦੱਸਦਾ ਹੈ ਵੀ ਜਿਵੇਂ ਜ਼ਕਰੀਏ ਖਾਨ ਦਾ ਪੁੱਤ ਸ਼ਾਹ ਨਵਾਜ਼ ਮਾਰਿਆ ਗਿਆ, ਪਾਪੀ ਨੂੰ ਪਾਪ ਦਾ ਫਲ ਜਿਵੇਂ ਮਿਲਿਆ। ਰਾਮ ਰੌਣੀ
ਆਪਣੀ ਸਿੱਖ ਲੜੇ 5 ਪਰ 18 ਸਹਿ ਆ ਕਹਿੰਦੇ ਵੀ 1805 ਬਿਕਰਮੀ ਸੰਮਤ ਸੇ ਜਦੋਂ ਰਾਮ ਰੌਣੀ ਕਿਲੇ ਦੇ ਵਿੱਚ ਸਿੰਘਾਂ ਨੇ ਜੰਗ ਕੀਤਾ। ਅਨਵਾਰ ਜਿਮ ਆਪਵਾ ਸੋ ਆਗਿਆ ਸੁਨੋ ਹਵਾ। ਜਿਵੇਂ ਸ਼ਾਹ ਨਵਾਜ਼ ਆਪ ਸਿੰਘਾਂ ਦੇ ਅੱਗੇ ਆ ਕੇ ਮਰਿਆ, ਉਹ ਕਥਾ ਕਹਿੰਦੇ ਹੁਣ ਅੱਗੇ ਸੁਣੋ। ਹੋਰ ਕਿਸ਼ਕ ਸਿੰਘ ਸਾਥੀ ਹੋਏ ਸਿਵ ਕੌੜਾ ਮਨ ਜਾਣ। ਇਹ ਤਾਂ ਜਦੋਂ ਦੋਵੇਂ ਪਾਸੇ ਗੱਲ ਹੋ ਗਈ ਨਾ, ਮੀਰ ਮੰਨੂ ਨੇ ਵੀ ਹਾਮੀ ਭਰਤੇ, ਸਿੰਘਾਂ ਦਾ ਬੰਧਨ ਵੀ ਵੱਜ ਗਿਆ ਵੀ ਇੰਨੀ ਰਸਤ ਵੀ ਦਵਾਂਗੇ। ਸਾਰੇ ਸਿੰਘ ਤੇ ਨਹੀਂ, ਕੁਝ ਸਿੰਘ ਜਿਹੜੇ ਸੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਭੇਜਿਆ, ਇੱਕ ਹੋਰ 94 ਗਿਣਤੀ ਦੇ ਸਿੰਘ ਭੇਜੇ, ਕਿਉਂਕਿ ਦੁਸ਼ਮਣ ਦੇ ਨਾਲ ਜੇ ਸਹਿਮਤੀ ਵੀ ਕਰਨੀ ਤੇ ਉਹ ਵੀ ਚੁਸਤੀ ਨਾਲ ਹੀ ਕਰਨੀ ਪੈਂਦੀ, ਵੀ ਜੇ ਕਿਤੇ ਉਹ ਧੋਖਾ ਕਰਨਗੇ ਜਿਹੜੇ ਬਾਹਰ ਸਿੰਘ ਹੋਣਗੇ ਆਪਣੇ ਸਿੰਘਾਂ ਦੀ ਮਦਦ ਤਾਂ ਕਰ ਸਕਣਗੇ ਨਾ। ਤੇ ਸਿੰਘ ਵੀ ਮੀਰ ਮੰਨੂ ਦੇ ਨਾਲ ਰਲੇ ਤਾਂ ਸੀ ਕਿਉਂਕਿ ਜਿਵੇਂ ਲਖਪਤ ਰਾਏ ਮਾਰਿਆ ਗਿਆ ਨਾ ਪਹਿਲਾਂ, ਤੇ ਖਾਲਸਾ ਚਾਹੁੰਦਾ ਸੀ ਇਸੇ ਤਰ੍ਹਾਂ ਸੀ ਸ਼ਾਹ ਨਵਾਜ਼ ਨੂੰ ਵੀ ਮਾਰੀਏ, ਕਿਉਂਕਿ ਜੇ ਲਖਪਤ ਰਾਏ ਨੇ ਘੱਲੂ ਘਾਰੇ ਦੇ ਵਿੱਚ ਬਹੁਤ ਸਿੰਘਾਂ ਦਾ ਨੁਕਸਾਨ ਕੀਤਾ, ਤੇ ਲਖਪਤ ਰਾਏ ਨੂੰ ਸਪੋਰਟ ਦੇ ਸਾਰੀ ਸ਼ਾਹ ਨਵਾਜ਼ ਦੀ ਸੀ, ਸੂਬਾ ਤੇ ਉਹੀ ਸੀ ਨਾ ਲਾਹੌਰ ਦਾ, ਪੈਸੇ ਉਹ ਦਿੰਦਾ ਸੀ, ਆਰਡਰ ਉਹ ਕਰਦਾ ਸੀ, ਸਾਰੀ ਮੁਖਤਿਆਰੀ ਤੇ ਉਹੀ ਦੇ ਰਿਹਾ ਸੀ, ਜਿਸ ਕਰਕੇ ਸਿੰਘ ਬਦਲਾ ਲੈਣਾ ਚਾਹੁੰਦੇ ਹੈ। ਤੇ ਖਾਲਸੇ ਨੇ ਲਗਭਗ ਵੱਡੇ ਵੱਡੇ ਵੈਰੀਆਂ ਕੋ ਬਦਲਾ ਲਿਆ ਹੀ ਹੈ, ਜਿਵੇਂ ਲੱਖੂ ਜਿਹੜਾ ਕਹਿੰਦਾ ਸੀ ਮੈਂ ਪੰਥ ਮੁਕਾ ਦੇਣਾ ਹੈ ਸਾਰਾ, ਤੇ ਉਹ ਲੱਖੂ ਗੰਦਗੀ ਦੇ ਵਿੱਚ ਬਿੜਕ ਬਿੜਕ ਕੇ ਮਰਿਆ। ਹੁਣ ਸ਼ਾਹ ਨਵਾਜ਼ ਦਾ ਮਰਨ ਦਾ ਸਮਾਂ ਆਇਆ ਤੇ ਖਾਲਸੇ ਦੇ ਕੁਝ 94 ਸਿੰਘ ਜਿਹੜੇ ਸੀ ਇਹ ਉਸ ਵੇਲੇ ਭਾਈ ਕੌੜਾ ਮਲ ਦੇ ਨਾਲ ਮੁਲਤਾਨ ਨੂੰ ਜਾਣ ਨੂੰ ਤਿਆਰ ਹੋ ਗਏ। ਤੇ ਕੌੜਾ ਮਲ ਵੀ ਜਿਹੜਾ ਸੀ ਨਾ, ਭਾਵੇਂ ਤੁਰਕਾਂ ਦੀ ਫੌਜ ਵੀ ਨਾਲ ਗਈ ਹੈ, ਪਰ ਕੌੜੇ ਮਲ ਨੂੰ ਵੀ ਤੁਰਕਾਂ ਦੇ ਭਰੋਸਾ ਨਹੀਂ, ਸਿੰਘਾਂ ਦੇ ਬਲ ਤੇ ਸਿੰਘਾਂ ਦੇ ਭਰੋਸਾ ਰੱਖ ਕੇ ਇਹ ਵੀ ਲਾਹੌਰ ਤੋਂ ਮੁਲਤਾਨ ਦੇ ਰਾਹ ਤੁਰ ਪਿਆ। ਹੁਣ ਜਦੋਂ ਰਾਹ ਜਾਂਦੇ ਆ ਤੇ ਖਾਲਸੇ ਦੀ ਮਰਿਆਦਾ ਹੈ ਵੀ ਸਵੇਰੇ ਤੇ ਸ਼ਾਮ ਦੀਵਾਨ ਸਜਦਾ ਹੈ, ਜਿੱਥੇ ਵੀ ਗੁਰੂ ਕਾ ਪੰਥ ਉਤਰਦਾ ਹੈ ਤੇ ਦੀਵਾਨ ਸਜਾਉਂਦਾ ਹੈ। ਦੀਵਾਨ ਕੌੜਾ ਮਲ ਨਿਤਾ ਪ੍ਰਤੀ ਖਾਲਸੇ ਪੰਥ ਨੂੰ ਮੱਥਾ ਟੇਕਣ ਵਾਸਤੇ ਉਹਨਾਂ ਕੋ ਹਾਜ਼ਰੀ ਭਰਦਾ ਏ। ਸ਼ਾਮ ਨੂੰ ਆ ਕੇ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦਾ ਤੇ ਅਰਦਾਸ ਦੇ ਵਿੱਚ ਹਾਜ਼ਰੀ ਭਰਦਾ। ਤੇ ਜਿਹੜਾ ਖਾਲਸੇ ਦਾ ਬੰਧਾਨ ਵੱਜਿਆ ਸੀ, ਤੁਰਕਾਂ ਨੇ ਆਖਿਆ ਸੀ ਵੀ ਇੰਨੀ ਰਸਤ ਇੰਨੀ ਮਾਇਆ ਤੁਹਾਨੂੰ ਰੋਜ਼ ਦਿੱਤੀ ਜਾਵੇਗੀ, ਤੇ ਉਹ ਰੋਜ਼ ਰਸਤ ਲੈ ਕੇ ਸਿੰਘਾਂ ਨੂੰ ਹਾਜ਼ਰ ਕਰਦਾ, ਬੰਧਾਨ ਪੇਸ਼ ਕਰਦਾ ਏ। ਤੇ ਫਿਰ ਦੋਵੇਂ ਹੱਥ ਜੋੜ ਕੇ ਦੀਵਾਨ ਕੌੜਾ ਮਲ, ਜਿਹਨੂੰ ਪੰਚ ਮਿੱਠਾ ਮਲ ਕਹਿੰਦਾ ਸੀ, ਖਾਲਸੇ ਦੀ ਆਗਿਆ ਲੈ ਕੇ, ਖਾਲਸਾ ਜੀ ਆਗਿਆ ਹੋਵੇ ਤੇ ਬਹਿ ਜਾ, ਤੇ ਖਾਲਸੇ ਕੋ ਆਗਿਆ ਲੈ ਕੇ ਤੇ ਫਿਰ ਸਿੰਘਾਂ ਦੇ ਦੀਵਾਨ ਵਿੱਚ ਬੈਠਦਾ। ਤੇ ਆਉਂਦਿਆਂ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ। ਜਿਹੜੀ ਤੇ ਸਰਕਾਰ ਵੱਲੋਂ ਮਾਇਆ ਲੱਗੀ ਸੀ ਉਹ ਤੇ ਵੱਖਰੀ ਦਿੰਦਾ, ਉਸ ਤੋਂ ਇਲਾਵਾ ਕੜਾਹ ਪ੍ਰਸ਼ਾਦ ਦੀ ਦੇਗ ਦੀ ਰਸਤ ਮਾਇਆ ਆਪਣੇ ਕੋਲੋਂ ਵੱਖਰੀ ਦਿੰਦਾ ਕੌੜਾ ਮਲ। ਤੇ ਜਿਹੜੇ ਮਹਾਰਾਜ ਦੇ ਨਿਹੰਗ ਸਿੰਘ ਆ ਉਹਨਾਂ ਨੂੰ ਸ਼ਹੀਦੀ ਦੇਗਾਂ ਦੇ ਰਗੜੇ ਲਾਉਣ ਵਾਸਤੇ 5 ਰੁਪਏ ਉਹਨਾਂ ਵੇਲਿਆਂ ਦੇ ਅੱਜ ਕਈ ਹਜ਼ਾਰਾਂ ਦੇ ਬਰਾਬਰ ਹੈ, 5 ਰੁਪਏ ਸ਼ਹੀਦੀ ਰਸਤਾਂ ਦੇ ਵਾਸਤੇ ਰੋਜ਼ ਹੀ ਹਾਜ਼ਰ ਕਰਦਾ। ਤੇ 5 ਰੁਪਈਆਂ ਦੀ ਤਨਖਾਹ ਵੱਖਰੀ ਲਵਾਉਂਦਾ, ਰਸਤਾਂ ਵੱਖਰੀਆਂ ਦਿੰਦਾ ਤੇ ਤਨਖਾਹ ਲਵਾਉਂਦਾ। ਤਨਖਾਹ ਹੁੰਦੀ ਹੈ ਧਾਰਮਿਕ ਸਜ਼ਾ ਲਵਾਉਂਦਾ। ਉਹ ਤਨਖਾਹ ਕਾਹਦੀ ਲਵਾਉਂਦਾ? ਜਦੋਂ ਸਿੰਘਾਂ ਦੇ ਨਾਲ ਇਹਦਾ ਪੰਥ ਨਾਲ ਮੇਲ ਮਿਲਾਪ ਨਹੀਂ ਸੀ ਨਾ, ਤੇ ਸਰਕਾਰ ਕੋ ਨੌਕਰੀ ਕਰਦਾ ਹੋਣ ਕਰਕੇ ਤੇ ਉੱਥੇ ਹੁੱਕਾ ਜਿਹਾ ਰੱਖਿਆ ਹੁੰਦਾ ਸੀ ਤੇ ਸਾਰੇ ਗੁੜਗੜਾ ਜਿਹਾ ਕਰਦੇ ਹੁੰਦੇ ਸੀ, ਭਾਵੇਂ ਥੋੜਾ ਥੋੜਾ ਹੀ ਇਹਨਾਂ ਪੀਣਾ। ਤੇ ਇਦਾਂ ਹੀ ਕਰਕੇ ਤੇ ਕੌੜਾ ਮਲ ਜਿਹੜਾ ਸੀ ਇਹ ਵੀ ਹੁੱਕਾ ਪੀਣ ਲੱਗ ਪਿਆ। ਸਿੰਘਾਂ ਨੂੰ ਆ ਕੇ ਨੇ ਬੇਨਤੀ ਕੀਤੀ ਵੀ ਆ ਮੇਰੇ ਤੇ ਇੱਕ ਲਾਹਣਤ ਲੱਗੀ ਹੈ, ਅਰਦਾਸ ਕਰੋ ਵੀ ਇਹ ਛੁੱਟ ਜਾਵੇ, ਜੇ ਮੈਂ ਇਦਾਂ ਛੱਡਦਾ ਤੇ ਮੇਰੇ ਸਰੀਰ ਨੂੰ ਅਫਾਰਾ ਹੋ ਜਾਂਦਾ ਹੈ। ਤੇ ਸਿੰਘ ਫਿਰ ਇਹਦੇ ਨਾਂ ਦੀ ਅਰਦਾਸ ਕਰਦੇ ਵੀ ਸਹੀਜੇ ਸਹੀਜੇ ਕਰਕੇ ਮਹਾਰਾਜ ਇਹਦੇ ਗਲੋਂ ਜਿਹੜੀ ਆ ਨਾ ਇਹ ਲਾਹਣਤ ਲਾ ਦਿਓ। ਇਹ ਰੋਜ਼ ਹੀ 5 ਰੁਪਈਆਂ ਦੀ ਅਰਦਾਸ ਕਰਾਉਂਦਾ ਸੀ ਵੀ ਆਹ ਹੁੱਕੇ ਦੀ ਜਿਹੜੀ ਮੈਨੂੰ ਲਾਹਣਤ ਲੱਗੀ ਹੈ ਇਹ ਮੇਰੇ ਲਾ ਦਿਓ, ਕਿਉਂਕਿ ਸਿੰਘਾਂ ਦੇ ਨਾਲ ਮਿਲਣ ਤੋਂ ਪਹਿਲਾਂ ਇਹਨੇ ਇਹ ਆਪਣੇ ਸਰੀਰ ਦੇ ਉੱਤੇ ਲਾਸ਼ਾਂ ਲਾਇਆ ਹੋਇਆ ਸੀ। ਤੇ ਸਿੰਘ ਫਿਰ ਸ਼ਹੀਦੀ ਦੇਗਾਂ ਦੇ ਰਗੜੇ ਲਾ ਕੇ
ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਕੌੜਾ ਮਲ ਦੇ ਨਾਂ ਦੀ ਅਰਦਾਸ ਕਰਦੇ ਸਨ ਵੀ ਮਹਾਰਾਜ ਜੀਓ ਇਹਨੂੰ ਉੱਚਾ ਸੁੱਚਾ ਤੇ ਚੰਗਾ ਜੀਵਨ ਬਖਸ਼ੋ। ਤੇ ਸਿੰਘਾਂ ਨੂੰ ਏਦਾਂ ਦੀਵਾਨ ਕੌੜਾ ਮਲ ਕਹਿੰਦਾ ਖਾਲਸਾ ਜੀ ਭਾਵੇਂ ਤੁਰਕਾਂ ਦੀ ਬਹੁਤ ਫੌਜ ਆਈ ਹੈ ਪਰ ਮੈਨੂੰ ਤੇ ਕੇਵਲ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਸ ਹੈ ਵੀ ਉਹੀ ਮੇਰੀ ਮਦਦ ਕਰਨਗੇ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਜਾ ਕੇ ਮੁਲਤਾਨ ਦੇ ਵਿੱਚੋਂ ਸ਼ਾਹ ਨਵਾਜ਼ ਨੂੰ ਫੜ ਕੇ ਲਾਹੌਰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਆਵਾਂਗਾ। ਖਾਲਸੇ ਨੇ ਦੀ ਗੱਲ ਵਿੱਚੇ ਟੋਕਤੀ, ਕਹਿਣ ਲੱਗੇ ਦੀਵਾਨ ਜੀ ਆਹ ਗੱਲ ਬਿਲਕੁਲ ਨਹੀਂ ਠੀਕ ਜਿਹੜਾ ਤੁਸੀਂ ਕਹਿੰਦੇ ਵੀ ਉਹਨੂੰ ਫੜ ਕੇ ਲੈ ਕੇ ਆਉਣਾ ਹੈ। ਅਸੀਂ ਤਾਂ ਉਹ ਖਾਲਸਾ ਜਿਹੜਾ ਹੈ ਗੁਰੂ ਕਾ ਪੰਥ ਅਸੀਂ ਤਾਂ ਸਾਰੇ ਉਸ ਪਾਪੀ ਨੂੰ ਮਾਰ ਕੇ ਗਵਾਇਆ ਚਾਹੁੰਦੇ ਆ। ਤੁਸੀਂ ਫੜ ਕੇ ਲੈ ਆਂਦਾ ਉਹਨੇ ਥੋੜੇ ਬਹੁਤ ਪੈਸੇ ਦੇ ਕੱਲ ਨੂੰ ਫੇਰ ਛੱਡ ਦੇਊਗਾ ਲਾਹੌਰ ਦਾ ਸੂਬਾ ਨੂੰ ਜਿਉਂਦਾ। ਇਸ ਕਰਕੇ ਇਹ ਗੱਲ ਨਹੀਂ ਬਣਨੀ। ਖਾਲਸਾ ਦੇ ਸ਼ਾਹ ਨਵਾਜ਼ ਨੂੰ ਮਾਰਿਆ ਚਾਹੁੰਦਾ। ਇਹਨੇ ਛੋਟੇ ਘੱਲੂ ਘਾਰੇ ਦੇ ਵਿੱਚ ਬਹੁਤ ਪੰਥ ਦਾ ਨੁਕਸਾਨ ਕੀਤਾ ਏ ਕਿਉਂਕਿ ਉਹਨੇ ਸਾਡੇ ਬਹੁਤ ਸਿੱਖ ਭਰਾ ਮਰਵਾਏ ਨੇ। ਉਹਦੇ ਕਰਕੇ ਕੋਈ ਪਹਾੜਾਂ ਦੇ ਵਿੱਚ ਔਖਾ ਹੋ ਕੇ ਰਿਹਾ, ਕੋਈ ਦਰਿਆਵਾਂ ਦੇ ਵਿੱਚ ਰੁੜ ਗਿਆ, ਕੋਈ ਕਿਤੇ ਸ਼ਹੀਦ ਹੋ ਗਿਆ। ਇਸ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਵੇ ਸ਼ਾਹ ਨਵਾਜ਼ ਤੇ ਅਸੀਂ ਉਹਨੂੰ ਕਿੱਥੇ ਛੱਡਾਂਗੇ? ਨਹੀਂ ਛੱਡਣਾ ਦੀਵਾਨ ਕੌੜਾ ਮਲ ਜੀ, ਅਸੀਂ ਤੇ ਉਹ ਪਾਪੀ ਦਾ ਸਿਰ ਵੱਢਣਾ ਹੈ। ਇਹ ਤਾਂ ਸਿੰਘ ਜਿਹੜੇ ਆ ਕੌੜਾ ਮਲ ਦੇ ਨਾਲ ਮੁਲਤਾਨ ਨੂੰ ਜਾ ਰਹੇ ਨੇ ਤੇ ਹੋਰ ਮੀਰ ਮੰਨੂ ਨੇ ਕੁਝ ਫੌਜ ਭੇਜੀ ਆ ਲਾਹੌਰ ਤੋਂ। ਕੌਣ ਹੈ ਵੀ ਜਿਹੜਾ ਜ਼ਕਰੀਆ ਖਾਨ ਦਾ ਸਕਾ ਭਰਾ ਸੀ, ਇਹ ਉਹਦੇ ਸਗੇ ਭਰਾ ਨੂੰ ਉਹਦੇ ਭਤੀਜੇ ਸ਼ਾਹ ਨਵਾਜ਼ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨੂੰ ਵੀ ਕਹਿੰਦੇ ਨਾਲ ਭੇਜਿਆ ਵੀ ਜਾ ਆਪਣੇ ਭਤੀਜੇ ਦੇ ਕੋਲੋਂ ਹੁਣ ਬਦਲਾ ਲੈਣ ਦਾ ਸਮਾਂ ਹੀ, ਤੂੰ ਵੀ ਚਲਾ ਜਾ। ਕਿਉਂਕਿ ਪਹਿਲਾਂ ਸ਼ਾਹ ਨਵਾਜ਼ ਜਦੋਂ ਲਾਹੌਰ ਦਾ ਸੂਬਾ ਸੀ ਨਾ, ਇੱਥੇ ਰਹਿੰਦਿਆਂ ਹੋਇਆ ਉਹਨੇ ਆਪਣੇ ਚਾਚੇ ਨੂੰ ਕੈਦ ਕੀਤਾ ਹੋਇਆ ਸੀ ਤੇ ਮੀਰ ਮੰਨੂ ਨੇ ਉਹਨੂੰ ਜੇਲ੍ਹ ਚੋਂ ਕੱਢ ਕੇ ਕਿਹਾ ਵੀ ਜਾ ਜਿਹੜੇ ਤੇਰੇ ਭਤੀਜੇ ਨੇ ਤੈਨੂੰ ਕੈਦ ਕੀਤਾ ਉਹਦੇ ਕੋਲ ਬਦਲਾ ਲੈਣ ਦਾ ਤੈਨੂੰ ਸਮਾਂ ਆ ਗਿਆ ਏ। ਇਸ ਤੋਂ ਇਲਾਵਾ ਵੀ ਜਦੋਂ ਸ਼ਾਹ ਨਵਾਜ਼ ਲਾਹੌਰ ਦਾ ਸੂਬਾ ਸੀ ਜਿੱਥੇ ਉਹਨੇ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ, ਉੱਥੇ ਉਹਨੇ ਲਾਹੌਰ ਦੇ ਲਾਗੇ ਤਾਗੇ ਦੇ ਜਿਹੜੇ ਕੋਈ ਮੁਸਲਮਾਨ ਸੀ ਉਹਨਾਂ ਨੂੰ ਵੀ ਕਹਿੰਦੇ ਬੜਾ ਦੁੱਖ ਦਿੱਤਾ, ਬੜਾ ਲੁੱਟਿਆ ਤੇ ਬੜਾ ਕੁੱਟਿਆ ਉਸਨੇ। ਗੱਲ ਕੀ ਵੀ ਜਿਨ੍ਹਾਂ ਦੇ ਸੂਬਾ ਰਹਿੰਦੇ ਹੋਇਆ ਸਰਕਾਰ ਦੇ ਵਿੱਚ ਰਹਿੰਦੇ ਹੋਇਆ ਸ਼ਾਹ ਨਵਾਜ਼ ਨੇ ਜ਼ੁਲਮ ਕੀਤਾ, ਮੀਰ ਮੰਨੂ ਨੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਹੁਣ ਬਦਲਾ ਲੈਣ ਦਾ ਸਮਾਂ, ਸਾਰੇ ਚੜ ਕੇ ਮੁਲਤਾਨ ਚਲੇ ਜਾਓ। ਦੀਵਾਨ ਕੌੜਾ ਮਲ ਦੀ ਫੌਜ ਦੇ ਵਿੱਚ ਇਹਨਾਂ ਸਾਰਿਆਂ ਨੂੰ ਨਾਲ ਤੋਰ ਦਿੱਤਾ। ਹੁਣ ਪਹੁੰਚ ਗਿਆ ਮੁਲਤਾਨ ਦੇ ਵਿੱਚ ਤੇ ਜੰਗ ਮੁਲਤਾਨ ਦੇ ਵਿੱਚ ਹੋਣ ਲੱਗਾ ਏ ਤੇ ਦੋਵੇਂ ਪਾਸੇ ਜਿੱਤ ਚਾਹੁੰਦੇ ਹਨ। ਇਧਰ ਲਾਹੌਰ ਵੱਲੋਂ ਸ਼ਾਹ ਵਾਹਿਗੁਰੂ ਕੌੜਾ ਮਲ ਦੀਵਾਨ ਇਹ ਫੌਜ ਲੈ ਕੇ ਪਹੁੰਚੇ ਆਏ ਤੇ ਉਧਰੋਂ ਮੁਲਤਾਨ ਦੇ ਕਿਲੇ ਦੇ ਵਿੱਚੋਂ ਸ਼ਾਹ ਨਵਾਜ਼ ਇਹ ਸਾਹਮਣੇ ਆ ਗਿਆ। ਤੇ ਸਾਧ ਸੰਗਤ ਜੀ ਇੱਥੇ ਆ ਕੇ ਕੀ ਹੋਇਆ ਵੀ ਜਦੋਂ ਦੋਵੇਂ ਪਾਸਿਆਂ ਦੀਆਂ ਫੌਜਾਂ ਇਕੱਠੀਆਂ ਹੋਈਆਂ, ਜਿਹੜੇ ਤੁਰਕ ਸੀ ਨਾ ਉਹ ਤੁਰਕਾਂ ਦੇ ਨਾਲ ਮਿਲ ਗਏ। ਲਾਹੌਰ ਵਾਲੇ ਕਹਿਣ ਲੱਗੇ ਵੀ ਉਹ ਸਾਹਮਣੇ ਵਾਲੇ ਵੀ ਤੇ ਸਾਡੇ ਤੁਰਕ ਭਰਾ ਹੈ, ਵੀ ਅਸੀਂ ਕਿਉਂ ਲੜੀਏ, ਕਿਉਂ ਅਸੀਂ ਆਪਣੇ ਭਰਾਵਾਂ ਨੂੰ ਮਾਰੀਏ। ਉਹ ਕਹਿੰਦੇ ਆ ਵੀ ਇਹ ਕੌੜਾ ਮਲ ਹਿੰਦੂ ਹੈ, ਵੀ ਜੇ ਇੱਥੇ ਜਿੱਤ ਹੋਈ ਤੇ ਲਾਹੌਰ ਦੇ ਵਿੱਚੋਂ ਇਨਾਮ ਤਾਂ ਇਹਨੂੰ ਮਿਲਣਾ, ਅਸੀਂ ਕਿਉਂ ਮਰੀਏ। ਕਹਿੰਦੇ ਆਪੇ ਇਹ ਹਿੰਦੂ ਨੂੰ ਅੱਗੇ ਲਾਓ, ਆਪੇ ਇਹ ਲੜੇ ਇਹ ਮਰੇ। ਕੌੜਾ ਮਲ ਨੇ ਜਦੋਂ ਵੇਖ ਲਿਆ ਨਾ ਵੀ ਇਹ ਜਿਹੜੇ ਤੁਰਕ ਹਨ ਵੀ ਇਹ ਦਗਾ ਦੇ ਗਏ ਆ, ਵੀ ਇਹ ਪਿਛਾਂਹ ਨੂੰ ਪੈਰ ਕਰਦੇ ਆ, ਉਹ ਹੀ ਗੋਲੀ ਜੀ ਚਲਾਉਂਦੇ ਆ ਤੇ ਇੱਧਰ ਉੱਧਰ ਨੂੰ ਠੁੱਸ ਜਿਹਾ ਫੈਰ ਕਰ ਦਿੰਦੇ ਆ ਤੇ ਟਾਲਾ ਵੱਟਦੇ ਅੱਗੇ ਵੱਧ ਕੇ ਜੰਗ ਕਰਨ ਤੋਂ। ਤੇ ਕੌੜਾ ਮਲ ਦੀਵਾਨ ਨੇ ਵੇਖਿਆ ਵੀ ਹੁਣ ਤਾਂ ਮੈਨੂੰ ਕੇਵਲ ਗੁਰੂ ਕਲਗੀਧਰ ਦੀ ਆਸ ਹੈ। ਜਿਹੜਾ ਸਿੰਘਾਂ ਦਾ ਜਥਾ ਗਿਆ ਸੀ ਉਹਨਾਂ ਨੂੰ ਆਪਣੇ ਕੋਲ ਸੱਦਿਆ, ਕਹਿੰਦੇ ਖਾਲਸਾ ਜੀ ਆਓ ਹੁਣ ਤੁਸੀਂ ਮੇਰੇ ਕੋਲ ਖਲੋਵੋ। ਉਧਰੋਂ ਨਵਾਜ਼ ਸ਼ਾਹ ਨਵਾਜ਼ ਜਿਹੜਾ ਇਹਨੇ ਜ਼ੋਰ ਦਾ ਹੱਲਾ ਕੀਤਾ।
ਸਹੁੰ ਕੋੜਾ ਮਲ ਘੋੜੋ ਤੋਰ। ਜਿਹੜਾ ਕੌੜਾ ਮਲ ਦੀਵਾਨ ਸੀ ਉਹ ਸਾਹਮਣੇ ਘੋੜਾ ਤੋਰ ਕੇ ਵੀ ਜਵਾਨ ਅੱਗੇ ਹੋ ਗਿਆ। ਉਧਰੋਂ ਕਿਲੇ ਦੇ ਵਿੱਚੋਂ ਨਿਕਲ ਕੇ ਤੇ ਸ਼ਾਹਨਵਾਜ ਨੇ ਹੱਲਾ ਕਰ ਦਿੱਤਾ ਤੇ ਇਧਰੋਂ ਦੀਵਾਨ ਕੌੜਾ ਮਲ ਨੇ ਵੀ ਆਪਣਾ ਘੋੜਾ ਅੱਗੇ ਨੂੰ ਤੋਰਿਆ। ਖਾਲਸੇ ਜੀ ਕੋ ਵੇਲਾ। ਤੇ ਜਿਹੜੇ ਸਿੰਘ ਨਾਲ ਗਏ ਸੀ ਉਹਨਾਂ ਨੂੰ ਕਹਿਣ ਲੱਗਾ, ਖਾਲਸਾ ਜੀ ਹੁਣ ਸਮਾਂ ਤੁਹਾਡਾ ਜੇ। ਆ ਜਿਹੜੇ ਬਾਕੀ ਤੁਰਕ ਤਰਕ ਆਏ ਇਹਦੇ ਦਗਾ ਦੇ ਗਏ ਜੇ, ਪਛਾਂ ਪੈਰ ਪੁੱਟਦੇ ਆ। ਹੁਣ ਤੁਹਾਡਾ ਸਮਾਂ ਆ ਗਿਆ, ਹੁਣ ਤੁਹਾਡੀ ਲੋੜ ਹੈ। ਉਹ ਵੇਖੋ ਸਾਹਮਣੇ ਸ਼ਾਹਨਵਾਜ ਆਪਣੀ ਫੌਜ ਲੈ ਕੇ ਕਿਲੇ ਚੋਂ ਬਾਹਰ ਨਿਕਲਿਆ ਤੇ ਸਾਡੇ ਤੇ ਹੱਲਾ ਕਰਕੇ ਆ ਰਿਹਾ ਏ। ਖਾਲਸਾ ਕਹਿਣ ਲੱਗਾ, ਦੀਵਾਨ ਕੌੜਾ ਮਲ ਜੇ ਕੋਈ ਗਮ ਨਾ ਕਰੋ, ਕਿਸੇ ਤਰ੍ਹਾਂ ਦਾ ਆਪਣੇ ਦਿਲ ਦੇ ਵਿੱਚ ਭੈ ਖੌਫ ਨਾ ਮੰਨੋ। ਬਸ ਇੰਨਾ ਵੀ ਸਾਨੂੰ ਸ਼ਾਹਨਵਾਜ ਦੀ ਪਛਾਣ ਨਹੀਂ ਹੈ, ਅਸੀਂ ਪਹਿਲਾਂ ਨਹੀਂ ਕਦੀ ਵੇਖਿਆ ਉਹਨੂੰ। ਤੇ ਜਦੋਂ ਉਹ ਨੇੜੇ ਆਵੇ ਬਸ ਆਪਣੀ ਉਂਗਲ ਦਾ ਇਸ਼ਾਰਾ ਕਰਕੇ ਦੱਸਦੀ ਵੀ ਖਾਲਸਾ ਜੀ ਆਹ ਸ਼ਾਹਨਵਾਜ ਹੈ। ਫਿਰ ਕਹਿੰਦੇ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ। ਆ ਵੇਖ ਅਸੀਂ ਅੱਗੇ ਤਿਆਰ ਬੁਰ ਤਿਆਰ ਖਲੋਤੇ ਹਾਂ, ਸਾਡੇ ਵੱਲੋਂ ਕੋਈ ਢਿੱਲ ਨਹੀਂ, ਅਸੀਂ ਤਿਆਰ ਬੁਰ ਤਿਆਰ ਹਾਂ। ਤੇ ਸਾਨੂੰ ਸ਼ਾਹਨਵਾਜ ਵੱਲ ਇਸ਼ਾਰਾ ਕਰਕੇ ਦੱਸ ਦਿਓ ਵੀ ਆਹ ਇਹਦੇ ਉਸੇ ਦੇ ਉਹਨੂੰ ਮਾਰ ਲਾਂਗੇ। ਏਦਾਂ ਸਿੰਘਾਂ ਨੇ ਦੀਵਾਨ ਕੌੜਾ ਮਲ ਨੂੰ ਹੌਸਲਾ ਦਿੱਤਾ ਵੀ ਉਹਦੇ ਪਾਪੀ ਹੈ, ਵੀ ਤੁਹਾਨੂੰ ਤੇ ਉਹਦੀ ਲੋੜ ਜ਼ਰੂਰ ਹੈਗੀ ਆ ਲਾਹੌਰ ਵਾਲਿਆਂ ਨੂੰ ਉਹਨੂੰ ਫੜਨ ਦੇ ਜਾਂ ਮਾਰਨ ਦੀ, ਪਰ ਤੁਹਾਡੇ ਨਾਲੋਂ ਖਾਲਸੇ ਨੂੰ ਲੋੜ ਹੈ। ਇਸੇ ਕਰਕੇ ਦੇ ਨਾਲ ਰਲੇ ਆ ਕੇ ਮੀਰ ਮੰਨੂ ਦੇ ਅਸੀਂ ਬਦਲਾ ਲੈਣਾ ਆਪਣੇ ਭਰਾਵਾਂ ਦੀ ਸ਼ਹੀਦੀ ਦਾ। ਇਹਨੀਆਂ ਬਾਤਾਂ ਹੋਈ ਰਹੀਆਂ ਸਨ। ਉਧਰੋਂ ਘੋੜਾ ਭਜਾ ਕੇ ਸ਼ਾਹਨਵਾਜ ਨੇੜੇ ਆ ਗਿਆ ਤੇ ਆ ਕੇ ਕਹਿਣ ਲੱਗਾ, ਉਹ ਕੌੜੇ ਮਲ ਨਿਮਖ ਹਰਾਮ ਸਾਡੀ ਨੌਕਰੀ ਕਰਦਾ ਰਿਹਾ ਤੇ ਹੁਣ ਮੇਰੇ ਅੱਗੇ ਫੌਜਾਂ ਲੈ ਕੇ ਆਇਆ ਹੈ। ਆ ਜਾਂ ਤਾਂ ਹੁਣ ਸ਼ਸਤਰ ਸੰਭਾਲ ਆ ਕਰ, ਮੇਰੇ ਨਾਲ ਦੋ ਹੱਥ ਤੇਰੇ ਨਾਲ ਜੰਗ ਕਰਕੇ ਵੇਖਾਂ ਤੇ ਜਾਂ ਫਿਰ ਮੈਨੂੰ ਸਲਾਮ ਕਰ ਦੇ, ਮੇਰੇ ਅੱਗੇ ਝੁਕ ਜਾ, ਮੇਰੀ ਅਧੀਨਗੀ ਮੰਨ ਲਾ। ਜਦੋਂ ਇਹਨੇ ਆ ਕੇ ਲਲਕਾਰਾ ਮਾਰਿਆ ਤੇ ਕੌੜੇ ਮਲ ਨੇ ਇਹਨਾਂ ਵੱਲ ਬਾਹ ਕਰਕੇ ਸ਼ਾਹਨਵਾਜ ਵਾਲੀ ਇਸ਼ਾਰਾ ਕਰਕੇ ਖਾਲਸੇ ਨੂੰ ਕਿਹਾ, ਕਹਿੰਦੇ ਖਾਲਸਾ ਜੀ ਆ ਜਿਹੜਾ ਬੱਕ ਬੱਕ ਕਰ ਰਿਹਾ ਨਾ ਸਾਹਮਣੇ ਘੋੜੇ ਦੇ ਬੈਠਾ ਏ ਸ਼ਾਹਨਵਾਜ ਜੇ ਜਿਹੜਾ ਲਾਹੌਰ ਦਾ ਸੂਬਾ ਰਿਹਾ ਏ। ਉਧਰੋਂ ਸਿੰਘਾਂ ਨੇ ਪਹਿਲਾਂ ਹੀ ਬੰਦੂਕਾਂ 'ਚ ਗੋਲੀਆਂ ਠੋਕ ਕੇ ਰੱਖੀਆਂ ਸੀ ਤੇ 15-20 ਬੰਦੂਕਾਂ ਜਦੋਂ ਇਸ਼ਾਰਾ ਹੀ ਕੀਤਾ ਕੌੜਾ ਮਲ ਨੇ ਵੀ ਆਹ ਸ਼ਾਹਨਵਾਜ ਹੈ ਤੇ 15-20 ਬੰਦੂਕਾਂ ਦੀਆਂ ਉਹ ਇਕੱਠੀਆਂ ਗੋਲੀਆਂ ਚੱਲ ਦਿੱਤੀਆਂ। ਸਲਖ ਹੁੰਦੀ ਹੈ ਵੀ ਇਕੱਠਾ ਹੀ ਫਾਇਰ ਖੋਲ ਦਿੱਤਾ ਤੇ ਗੋਲੀਆਂ ਸਿੰਘਾਂ ਨੇ ਇੱਕੇ ਵਾਰ ਤੜ ਤੜ ਕਰਦੀਆਂ ਕਿੰਨੀਆਂ ਚਲਾਈਆਂ ਤੇ ਇੱਕ ਸਿੰਘ ਦੀ ਚਲਾਈ ਗੋਲੀ ਜਾ ਕੇ ਘੋੜੇ ਦੇ ਬੈਠੇ ਸ਼ਾਹਨਵਾਜ ਦੇ ਕਾਲਜੇ ਦੇ ਵਿੱਚ ਵੱਜੀ, ਪਾਰ ਹੋ ਗਏ। ਤੇ ਉਸੇ ਵੇਲੇ ਗੋਲੀ ਵੱਜਣ ਦੀ ਦੇਰ ਸੀ, ਕਾਲਜੇ ਦੇ ਵਿੱਚ ਝੂਮਦਾ ਹੋਇਆ ਧੜਮ ਕਰਦਾ ਘੋੜੇ ਤੋਂ ਧਰਤੀ ਤੇ ਡਿੱਗ ਪਿਆ। ਇੱਕ ਵਾਰ ਕਹਿੰਦੇ ਜਦੋਂ ਗੋਲੀ ਵੱਜੀ ਅਜੇ ਸਹਿਕਦਾ ਮਰਿਆ ਨਹੀਂ, ਪਰ ਇਹਦੇ ਕੋਲ ਮੁੜ ਕੇ ਖਲੋਤਾ ਨਹੀਂ ਗਿਆ। ਇੱਕ ਤੇ ਇਹਦੇ ਗੋਲੀ ਵੱਜੀ ਸੀ, ਇਹ ਜ਼ਖਮੀ ਹੋ ਗਿਆ ਤੇ ਨਾਲ ਹੋਰ ਸਿੰਘਾਂ ਨੇ ਗੋਲੀਆਂ ਚਲਾਈਆਂ ਸੀ ਤੇ ਨਾਲ ਦੇ ਸਾਥੀ ਕੁਝ ਮਾਰੇ ਗਏ ਤੇ ਕੁਝ ਜ਼ਖਮੀ ਹੋ ਗਏ ਤੇ ਕੁਝ ਪਿਛਾਂਹ ਹੋ ਗਏ ਡਰਦੇ। ਇੰਨੇ ਨੂੰ ਫੁਰਤੀ ਦੇ ਨਾਲ ਇੱਕ ਨਿਹੰਗ ਸਿੰਘ ਥੱਲੇ ਉਤਰਿਆ ਤੇ ਜਿੱਥੇ ਸਹਿਕਦਾ ਪਿਆ ਸੀ ਨਾ ਸੂਬਾ ਸ਼ਾਹਨਵਾਜ ਸਿੰਘ ਨੇ ਕੱਢ ਕੇ ਸ੍ਰੀ ਸਾਹਿਬ ਵਾਰ ਕੀਤਾ ਤੇ ਧੜ ਦੇ ਨਾਲੋਂ ਮਾਰ ਕੇ ਵਾਰ ਭਰਮਾ ਇਹਦੀ ਗਰਦਨ ਇਹਦੀ ਧੌਣ ਵੱਢ ਕੇ ਅਲੱਗ ਕਰ ਦਿੱਤੀ। ਧੌਣ ਵੱਢ ਕੇ ਸਿੰਘ ਨੇ ਉਸੇ ਵੇਲੇ ਆਪਣੇ ਬਰਸ਼ੇ ਦੇ ਨਾਲ ਟੰਗ ਲਏ। ਜਦੋਂ ਸਿੰਘ ਨੇ ਤਲਵਾਰ ਦਾ ਭਰਮਾ ਵਾਰ ਕੀਤਾ ਸਿਰ ਵੱਢਤਾ, ਸਿਰ ਵੱਢ ਕੇ ਬੜੀ ਛੇਤੀ ਦੇ ਨਾਲ ਮਾਰ ਕੇ ਬਰਸ਼ਾ ਦੀ ਧੌਣ ਦੇ ਵਿੱਚ ਟੰਗ ਲਿਆ ਤੇ ਲਾਹੌਰ ਦੇ ਸੂਬੇ ਮੀਰ ਮੰਨੂ ਦੇ ਕੋਲ ਭੇਜ ਦਿੱਤਾ ਵੀ ਆਹ ਤੁਹਾਡਾ ਦੁਸ਼ਮਣ ਸ਼ਾਹਨਵਾਜ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਮਾਰ ਦਿੱਤਾ ਏ। ਜਦੋਂ ਸਿਰ ਵੇਖਿਆ ਮੀਰ ਮੰਨੂ ਨੇ ਵੀ ਜਿਹਨੇ ਮੇਰਾ ਮੁਲਤਾਨ ਦਾ ਇਲਾਕਾ ਮੱਲਿਆ ਤੇ ਕੱਲ ਨੂੰ ਲਾਹੌਰ ਵੀ ਮੱਲਣ ਦੀ ਤਿਆਰੀ ਦੇ ਵਿੱਚ ਸੀ ਵੀ ਉਹ ਮੇਰਾ ਦੁਸ਼ਮਣ ਮਾਰਿਆ ਗਿਆ। ਇਹ ਵੇਖ ਕੇ ਮੀਰ ਮੰਨੂ ਬੜਾ ਖੁਸ਼ ਹੋਇਆ।
ਹੱਥ ਲੀਨ ਤੇ ਇਹਨੇ ਖੁਸ਼ੀ ਦੇ ਵਿੱਚ ਆ ਕੇ ਸਰਕਾਰੀ ਕਾਗਜ਼ ਲਿਆ। ਉਸੇ ਵੇਲੇ ਸਰਕਾਰੀ ਕਾਗਜ਼ ਹੁੰਦਾ ਹੈ ਸਪੈਸ਼ਲ, ਤੇ ਉਹ ਕਾਗਜ਼ ਲੈ ਕੇ ਤੇ ਇੱਕ ਨਾਲ ਕਲਮ ਲਏ। ਕੌੜਾ ਮੱਲ ਬਹਾਦਰ ਕਿਤਾਬ ਲਿਖ ਦੀਨ ਕਿਉਂਕਿ ਦੀਵਾਨ ਕੌੜਾ ਮੱਲ ਦੀ ਅਗਵਾਈ ਦੇ ਵਿੱਚ ਇਹ ਮੁਹਿੰਮ ਲੜੀ ਗਈ ਸੀ, ਜੰਗ ਲੜੀ ਗਈ ਸੀ, ਤੇ ਕੌੜਾ ਮੱਲ ਦੇ ਨਾਂ ਦੇ ਉੱਤੇ ਉਸੇ ਵੇਲੇ ਖਿਤਾਬ ਦੇ ਦਿੱਤਾ। ਜਿਵੇਂ ਹੁਣ ਚੱਕਰ ਮਿਲਦੇ ਆ ਨਾ ਵੀ ਇਹਨੂੰ ਫਲਾਨਾ ਚੱਕਰ, ਇਹਨੂੰ ਫਲਾਨਾ ਚੱਕਰ ਰਾਸ਼ਟਰਪਤੀ ਦਿੰਦਾ, ਉਦੋਂ ਖਿਤਾਬ ਦਿੰਦੇ ਹੁੰਦੇ ਸੀ। ਤੇ ਮੀਰ ਮਨੂ ਨੇ ਕਾਗਜ਼ ਦੇ ਉੱਤੇ ਬਹਾਦਰੀ ਦਾ ਖਿਤਾਬ ਦਿੱਤਾ ਵੀ ਅੱਜ ਤੋਂ ਦੀਵਾਨ ਕੌੜਾ ਮੱਲ ਬਹਾਦਰ ਹੋਇਆ। ਕੌੜਾ ਮੱਲ ਕਰੀ ਖਾਲਸਾ ਭਲੀ ਕਹਿੰਦੇ ਜੋ ਖਾਲਸੇ ਦੀ ਸੇਵਾ ਕੀਤੀ, ਜੋ ਪੰਥ ਦੀ ਕੌੜਾ ਮੱਲ ਨੇ ਸੇਵਾ ਕੀਤੀ, ਲੱਖੋ ਪਾਪੀ ਨੂੰ ਵੀ ਇਹਨੇ ਫੜ ਕੇ ਮਰਵਾਇਆ, ਤੇ ਸ਼ਾਹ ਨਵਾਜ਼ ਨੂੰ ਵੀ ਮਰਵਾਉਣ ਦੇ ਵਿੱਚ ਇਹਦਾ ਹੀ ਹੱਥ ਰਿਹਾ। ਤੇ ਕਹਿੰਦੇ ਪੰਥ ਦੀ ਸੇਵਾ ਕੀਤੀ, ਉਸੇ ਵੇਲੇ ਇਹਨੂੰ ਫੜ ਕੇ ਇਹਨੂੰ ਬਹਾਦਰੀ ਦਾ ਖਿਤਾਬ ਮਿਲ ਗਿਆ। ਇਹ ਤੋਂ ਪਹਿਲਾਂ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਇਹ ਖਿਤਾਬ ਮਿਲਿਆ ਸੀ। ਸੋ ਇਹ ਢੰਗ ਦੇ ਨਾਲ ਖਾਲਸੇ ਨੇ ਆਪਣਾ ਵੈਰੀ ਸ਼ਾਹ ਨਵਾਜ਼ ਜਿਹੜਾ ਇਹ ਕਹਿੰਦੇ ਵੱਢ ਲਿਆ। ਇਹ ਤੋਂ ਅੱਗੇ ਹੋਰ ਵੀ ਖਾਲਸੇ ਦੀਆਂ ਜਿਹੜੀਆਂ ਸਾਖੀਆਂ ਨੇ ਸੁਣੋ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਪਿਤਾ ਨੇ, ਮੇਰੇ ਨਾਨਾ ਜੀ ਨੇ, ਹੋਰ ਵੱਡੇ ਗੁਰਸਿੱਖ ਬਜ਼ੁਰਗਾਂ ਨੇ ਜਿਹੜੀਆਂ ਕਥਾ, ਜਿਹੜੀਆਂ ਪੰਥ ਦੀਆਂ ਸਾਖੀਆਂ ਮੈਨੂੰ ਸੁਣਾਈਆਂ। ਇਹਦਾ ਕਹਿੰਦੇ ਵੀ 1806 ਬਿਕਰਮੀ ਸੰਮਤ ਸੀ ਤੇ 1749 ਈਸਵੀ ਸੀ, ਜਦੋਂ ਪੰਥ ਨੇ ਸ਼ਾਹ ਨਵਾਜ਼ ਨੂੰ ਮਾਰ ਕੇ ਇਹਦਾ ਸਿਰ ਵੱਢ ਕੇ ਬਦਲਾ ਲਿਆ। ਤੇ ਭਾਈ ਰਤਨ ਸਿੰਘ ਕਹਿੰਦੇ ਜਿਵੇਂ ਮੈਂ ਪ੍ਰਸੰਗ ਸੁਣਿਆ ਨਾ ਵੀ ਏਦਾਂ ਸਿੰਘ ਬਦਲੇ ਲੈਂਦੇ ਰਹੇ, ਵੀ ਏਦਾਂ ਕੁਰਬਾਨੀਆਂ ਵੀ ਕੀਤੀਆਂ, ਤੇ ਏਦਾਂ ਸਿੰਘਾਂ ਨੇ ਬਹਾਦਰੀ ਦੇ ਨਾਲ ਯੁੱਧ ਵੀ ਕੀਤੇ, ਤੇ ਆਪਣੇ ਵੈਰੀਆਂ ਦੇ ਕੋਲੋਂ ਸਿੰਘਾਂ ਨੇ, ਖਾਲਸੇ ਨੇ ਬਦਲਾ ਵੀ ਲਿਆ। ਇਹ ਕਹਿੰਦੇ ਵੀ ਜਿਹੜੀ ਸਾਖੀ ਹੈ ਮੈਂ ਬਜ਼ੁਰਗਾਂ ਦੇ ਉਸ ਕੋਲੋਂ ਸੁਣੀ। ਇਹ ਪੰਥ ਦੇ ਜਿਹੜੇ ਸਿੰਘ ਪੁਰਾਣੇ ਸੀ ਉਹਨਾਂ ਨੇ ਮੈਨੂੰ ਦੱਸੀ, ਤੇ ਮੈਂ ਉੱਦਾਂ ਖਾਲਸਾ ਜੀ ਇਹ ਲਿਖ ਕੇ ਤੇ ਉਸ ਵੇਲੇ ਕੈਪਟਨ ਮਰੇ ਨੂੰ ਦੇ ਦਿੱਤੇ। ਕੈਪਟਨ ਮਰੇ ਆ ਭੇਜਦੇ ਲੰਡਨ ਦੇ ਵਿੱਚ ਰਿਪੋਰਟ ਆ ਵੀ ਸਿੰਘਾਂ ਨੇ ਆ ਕੁਰਬਾਨੀਆਂ ਕੀਤੀਆਂ ਨੇ, ਫੇਰ ਖਾਲਸਾ ਰਾਜ ਕਾਇਮ ਕੀਤਾ ਹੈ। ਇਵੇਂ ਰਾਜ ਨਹੀਂ ਸਿੰਘਾਂ ਨੂੰ ਮਿਲਿਆ। ਸੋ ਇਹ ਢੰਗ ਦੇ ਨਾਲ ਇਹ ਗੁਰੂ ਪੰਥ ਖਾਲਸੇ ਦਾ ਪਵਿੱਤਰ ਇਤਿਹਾਸ ਹੈ, ਜਿਹਦੇ ਵਿੱਚੋਂ ਬਹੁਤੀਆਂ ਸਾਖੀਆਂ ਉਹ ਨੇ ਜਿਹੜੀਆਂ ਬਹੁਤ ਘੱਟ ਆਪਾਂ ਸੁਣਦੇ ਹਾਂ। 94 ਜੀਆਂ ਸਾਖੀਆਂ ਢਾਡੀ ਦੇ ਕਵੀਸ਼ਰ ਸੁਣਾਉਂਦੇ ਨੇ। ਸਾਰਾ ਇਤਿਹਾਸ ਜਿਹੜਾ ਪੰਥ ਪ੍ਰਕਾਰ ਦੇ ਵਿੱਚ ਜਿਹੜੇ ਪ੍ਰਸੰਗ ਨੇ ਉਹ ਹੋਰ ਕਿਤੇ ਨਹੀਂ ਸੁਣਨ ਨੂੰ ਮਿਲਦੇ। ਵੀ ਰਾਮਗੜ੍ਹ ਵਰਗੇ ਕਿਲੇ ਬਣਾਏ, ਰਾਮ ਰੌਣੀਆਂ ਬਣਾਈਆਂ, ਕਿਵੇਂ ਸਿੰਘਾਂ ਨੇ ਸ਼ਾਹ ਨਵਾਜ਼ ਵਰਗੇ ਨੂੰ ਜਾ ਕੇ ਮਾਰਿਆ, ਕਿਵੇਂ ਹੋਰ ਪੰਥ ਨੇ ਕੁਰਬਾਨੀਆਂ ਕੀਤੀਆਂ। ਇਹ ਕਥਾ ਪੰਥ ਦੀ ਮਹਾਰਾਜ ਸਾਹਿਬ ਕਿਰਪਾ ਕਰਨ। ਅਗਲੇ ਮਹੀਨੇ ਕਥਾ ਦਾ ਭੋਗ ਹੈ। 30 ਦਿਨਾਂ ਦੀ 30-32 ਦਿਨਾਂ ਦੇ ਪ੍ਰਸੰਗ ਹੋਰ ਹੋਣੇ ਨੇ। ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਆਪਣੇ ਖਾਲਸੇ ਦੀ ਮਹਿਮਾ, ਆਪਣੇ ਖਾਲਸੇ ਪੰਥ ਦੀ ਜੈ ਜੈਕਾਰ, ਸ਼ਹੀਦਾਂ ਸਿੰਘਾਂ ਦੀ ਕਥਾ ਕਹਾ ਲੈਣ। ਕਥਾ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਨੇ। ਗੁਰੂ ਮਹਾਰਾਜ ਦੇ ਗੁਰੂ ਕਾ ਪੰਥ ਬਖਸ਼ਣਹਾਰ ਹੈ, ਬਖਸ਼ ਲੈਣਾ। 18 ਸਹਿ ਤ੍ਰਪਿਓ ਸ਼ਾਹੇ ਨਿਵਾਜ ਬਹੀਰ, ਰਤਨ ਸਿੰਘ ਨੇ ਜਿਮ ਸੁਣਿਓ ਲਿਖਿਓ ਉਸੈ ਤਤਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।